पद पंकज बंदन पद पंकज बंदन सिमरो अंगद दोख निकंदन अमरदास गुर हृदय त्यागो जी हृदय त्यागो श्री गुरु रामदास दास गुण गावो श्री अर्जन विघ्नन के नाशक जी विघ्नन के नाशक हर गोविंद शुभ सुमत प्रकाशक श्री हर राय नमो कर जोरी नमो कर जोरी गुर हर कृष्ण मनाई बहोरी तेग बहादुर परम कृपाला जी परम कृपाला श्री गुरु गोविंद सिंह विशाला तरों तरा पर पुन पुन सीसा जी पुन पुन सीसा बंदों बार बार जगदीशा जिसमें अमृत ज्ञान है माणिक भगत विराग गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार तिन संतन को बंदना सिर चरणन पर तार सतनाम श्री वाहिगुरु साहिब जीओ दोहरा सलखत फंगन की छुट्टी लगे तुरक तन काए गिरे तुरंगन तिह तुरत जे आत हैं अगवाए सलखत फंगन की छुट्टी लगे तुरक तन काए गिरे तुरंगन तिह तुरत जे आत हैं अगवाए। वाहिगुरु जी का खालसा वाहिगुरु जी की फतेह। पतित पावन दया निध कृपा दी खजाने गुरु गरीब नवाज हाजरा हजूर जहरा जहूर लोक परलोक दे रक्षक सच्चे पातशाह जी धन 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 साहिब ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸੰਧਿਆ ਸਮੇਂ ਦੇ ਸੁੰਦਰ ਸਜ ਰਹੇ ਦੀਵਾਨ ਅੰਦਰ ਹਾਜ਼ਰੇ ਭਰ ਕਰਕੇ ਪਾਤਸ਼ਾਹ ਦੇ ਦਰਸ਼ਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜਿਨਕੇ ਭਾਗ ਵੱਡੇ हैं ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਸਤਿਗੁਰਾਂ ਤਰਸ ਕੀਤਾ ਲੜੀਵਾਰ ਰੂਪ ਅੰਦਰ ਚੱਲ ਰਹੀ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਕਥਾ ਕੰਮਾਂ ਕਾਜਾਂ ਨੂੰ ਸੰਕੋਚਦੇ ਹੋਏ ਆਪ ਜੀ ਬਹੁਤ ਸ਼ਰਧਾ ਪ੍ਰੇਮ ਸਤਿਕਾਰ ਨਾਲ ਨਿਤਾ ਪ੍ਰਤੀ ਸ਼ਰਵਣ ਕਰਦੇ ਹੋ। ਜਥਾ ਪ੍ਰਸੰਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿ ਰਾਏ ਜੀ ਮਹਾਰਾਜ ਪਾਤਸ਼ਾਹ ਦੇ
ਜੀਵਨ ਦਾ ਆਪਾਂ ਪਿਛਲੇ ਦੀਵਾਨ ਵਿੱਚ ਸਰਵਣ ਕੀਤਾ ਹੈ ਕਿ ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨ ਪਾਏ, ਪਾਵੈ ਮੁਕਤ ਨ ਹੋਰ ਥੈ ਕੋਈ, ਪੁੱਛੋ ਵਿਵੇਕੀ ਆ ਜਾਏ। ਅਨੇਕ ਜੂਨੀ ਭਰਮ ਆਵੈ। ਸਾਧ ਸੰਗਤ ਜੀ, ਸਤਿਗੁਰੂ ਹਰਿ ਰਾਇ ਸਾਹਿਬ ਦੇ ਚੌਰ ਬਰਦਾਰ ਨੂੰ ਗੋਲੀ ਮਾਰੀ ਭਾਈ ਜੱਸਾ ਜੀ ਨੇ, ਜਿਹਦੇ ਚੱਲਦਿਆਂ ਸਤਿਗੁਰਾਂ ਨੇ ਬਹੁਤ ਗਿਲਾ ਕੀਤਾ ਭਾਈ ਗੌਰੇ ਤੇ। ਗਿਣ ਗਿਣ ਕੇ 101 ਸਰਾਫ ਪਾਤਸ਼ਾਹ ਨੇ ਭਾਈ ਗੌਰਾ ਜੀ ਨੂੰ ਦਿੱਤਾ। ਭਾਈ ਗੌਰਾ ਜੀ ਮਹਾਨ ਬ੍ਰਹਮ ਗਿਆਨੀ ਤਤ ਬੇਤੇ ਪੂਰੇ ਸੂਰੇ ਗੁਰਮੁਖ ਪਿਆਰੇ ਭਾਈ ਭਗਤੂ ਜੀ ਦੇ ਵੱਡੇ ਪੁੱਤਰ ਸਨ। ਪਰ ਮਹਾਰਾਜ ਨੇ ਜਿਹੜਾ ਸਾਧ ਸੰਗਤ ਦੀ ਨਿਆਂ ਹੈ ਉਹਦੀ ਬਾਬਤ ਸਤਿਗੁਰਾਂ ਨੇ ਕਦੇ ਸਮਝੌਤਾ ਨਹੀਂ ਕੀਤਾ, ਚਾਹੇ ਪੁੱਤਰ ਹੀ ਹੋਵੇ, ਧੀਰਮਲ ਵਰਗਾ, ਵਾਹਿਗੁਰੂ ਰਾਮ ਰਾਏ ਜੀ ਵਰਗਾ, ਤੇ ਉਹਨੂੰ ਵੀ ਮਹਾਰਾਜ ਨੇ ਤਿਆਗ ਦਿੱਤਾ ਜੇ ਉਸ ਸਤਿਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਦੇ ਬਚਨ ਬਦਲੇ। ਤੋ ਇਸ ਤਰ੍ਹਾਂ ਫਿਰ ਭਾਈ ਗੌਰ ਜੀ ਦੇ ਮਨ 'ਚ ਆਇਆ ਵੀ ਮਨਾ ਜਦੋਂ ਸਤਿਗੁਰੂ ਮਹਾਰਾਜ ਨੇ ਤਿਆਗ ਦਿੱਤਾ ਹੈ, ਇਹ ਵੀ ਬਚਨ ਕਹਿ ਵੀ ਸਾਡੇ ਮੱਥੇ ਨਾ ਲੱਗਣਾ, ਐਸੇ ਜੀਵਨ ਦੇ ਨਾਲੋਂ ਮਰ ਜਾਣਾ ਚੰਗਾ ਹੈ। ਤੋ ਵਿਚਾਰ ਕੇ ਭਾਈ ਗੌਰ ਜੀ ਸਤਿਗੁਰੂ ਹਰਿ ਰਾਇ ਸਾਹਿਬ ਮਹਾਰਾਜ ਦੇ ਪਿੱਛੇ ਪਿੱਛੇ ਪਹੁੰਚੇ। ਮਾਲਵੇ ਤੋਂ ਕੀਰਤਪੁਰ ਸਾਹਿਬ ਇੱਕ ਕੋ ਡੇਰੇ ਦੀ ਵਿੱਥ ਰੱਖ ਕੇ ਸੱਚੇ ਪਾਤਸ਼ਾਹ ਜੀ ਫਿਰ ਇੱਕ ਵਾਰ ਜਦੋਂ ਕੀਰਤਪੁਰ ਸਾਹਿਬ ਤੋਂ ਕਿਸੇ ਕਾਰਜ ਵਾਸਤੇ ਸਮੇਤ ਪਰਿਵਾਰ 2200 ਕੋੜ ਸਵਾਰ ਫੌਜ ਸੂਰਮਿਆਂ ਦੇ ਨਾਲ ਨਿਕਲੇ। ਭਾਈ ਗੌਰ ਜੀ ਨੂੰ ਪਤਾ ਲੱਗਿਆ ਇਹ ਵੀ ਮਹਾਰਾਜ ਦੇ ਪਿੱਛੇ ਪਿੱਛੇ 300 ਜਰਨੈਲ ਸੂਰਮਾ ਲੈ ਕੇ ਤੁਰਿਆ ਆਉਂਦਾ। ਤੋ ਸਤਿਗੁਰੂ ਹਰਿ ਰਾਇ ਸਾਹਿਬ ਮਹਾਰਾਜ ਜੀ ਕਿਉਂਕਿ ਘੋੜੇ ਸਨ ਕੋਲ ਤੇ ਚਾਲੇ 'ਚ ਕਾਫੀ ਅੱਗੇ ਨਿਕਲ ਗਏ। ਡੇਰਾ ਪਿੱਛੇ ਸੀ, ਮਹਾਰਾਜ ਦੇ ਪਰਿਵਾਰ ਸਨ ਜਿਹਦੇ ਵਿੱਚ ਹੋਰ ਦਾਸੀਆਂ ਦਾਸ, ਉਹਦੇ ਨਾਲੋਂ ਕਾਫੀ ਵਿੱਥ ਪੈ ਗਈ। ਤੇ ਜਿਹੜਾ ਕੋਈ ਇੱਥੇ ਮੁਗਲਸ ਖਾਂ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੋਂ ਪਹਿਲੇ ਜੰਗ ਪਿਪਲੀ ਸਾਹਿਬ ਵਿੱਚ ਮਾਰਿਆ ਗਿਆ, ਉਹਦਾ ਪੋਤਰਾ ਸੀ ਮੁਗਲਸ ਖਾਂ ਦਾ। ਤੇ ਇਹ ਬੜਾ ਉਮਰਾਵ ਭਾਰੀ ਸੀ, ਅਹੁਦੇਦਾਰ ਲਾਹੌਰ ਦਾ। ਇਹਨੇ ਔਰੰਗਜ਼ੇਬ ਨੂੰ ਮਿਲਣ ਵਾਸਤੇ ਦਿੱਲੀ ਜਾਣਾ ਸੀ। ਕਾਫੀ ਗਿਣਤੀ ਵਿੱਚ ਤੁਰਕਾਂ ਦੀ ਫੌਜ ਨਾਲ ਲੈ ਕੇ ਇਹ ਤੁਰਿਆ। ਸਤਿਗੁਰੂ ਹਰਿ ਰਾਇ ਸਾਹਿਬ ਮਹਾਰਾਜ ਦੇ ਟਾਕਰਾ ਨਾਲ ਤਾਂ ਨਾ ਹੋਇਆ ਕਿਉਂਕਿ ਉਹਦੇ ਰਾਹ ਵੀ ਐਸੇ ਵੈਸੇ ਹੀ ਸਨ, ਪਰ ਸਬੱਬੀ ਇਹਦਾ ਟਾਕਰਾ ਜਿਹੜਾ ਹੈ ਉਹ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਦੇ ਪਰਿਵਾਰ ਜਿੱਥੇ ਜਾ ਰਹੇ ਸੀ ਜਿਸ ਡੇਰੇ ਵਿੱਚ ਵਹੀਰ ਵਿੱਚ ਉਹਦੇ ਨਾਲ ਮਿਲਿਆ। ਪਤਾ ਕੀਤਾ, ਉਹ ਕਹਿੰਦੇ ਜੀ ਇਹ ਗੁਰੂ ਹਰਿ ਰਾਇ ਸਾਹਿਬ ਮਹਾਰਾਜ 2200 ਘੋੜ ਸਵਾਰ ਦੇ ਮਾਲਕ ਜਿਹੜੇ ਪਾਤਸ਼ਾਹ ਹਨ ਉਹਨਾਂ ਦਾ ਪਰਿਵਾਰ ਜਾ ਰਿਹਾ, ਤੇ ਆਪ ਅੱਗੇ ਨਿਕਲ ਗਏ। ਤੇ ਉਹ ਵੈਰ ਯਾਦ ਆਇਆ ਪਿਛਲਾ ਵੀ ਮੇਰੇ ਦਾਦੇ ਨੂੰ ਇਹਨਾਂ ਦੇ ਦਾਦੇ ਹਰਗੋਬਿੰਦ ਨੇ ਮਾਰਿਆ ਤੇ ਮੈਂ ਆਪਦਾ ਵੈਰ ਲਵਾਂ। ਇਹ ਵਿਚਾਰਦਾ ਹੋਇਆ ਸਾਧ ਸੰਗਤ ਜੀ ਮੁਗਲਸ ਖਾਂ ਦਾ ਪੋਤਰਾ ਇਹਨੇ ਗੁਰੂ ਕਾ ਪਰਿਵਾਰ ਘੇਰਿਆ। ਗੁਰੂ ਹਰਿ ਰਾਇ ਸਾਹਿਬ ਕੋਲ ਖਬਰ ਗਈ, ਮਹਾਰਾਜ ਮੁੜਨ ਲੱਗੇ। ਫਿਰ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਯਾਦ ਆਇਆ ਵੀ ਤੁਸੀਂ ਜੰਗ ਨਹੀਂ ਕਰਨਾ, ਜਿਹੋ ਜਿਹਾ ਮਰਜ਼ੀ ਸਮਾਂ ਬਣੇ ਤੇ ਬਿਪਤਾ ਗੁਰੂ ਨਾਨਕ ਸਾਹਿਬ ਆਪ ਹੀ ਕੱਟ ਦੇਣਗੇ, ਤੁਹਾਨੂੰ ਨੌਬਤ ਨਹੀਂ ਆਏਗੀ ਜੰਗ ਕਰਨ ਦੀ। ਉਹ ਬਚਨ ਯਾਦ ਕੀਤਾ, ਨਾ ਤੁਰੇ। ਪੁੱਛਿਆ ਪਿੱਛੇ ਕੌਣ ਹੈ? ਕਹਿੰਦੇ ਮੋਰੇ ਫੌਜ ਵਿੱਚ ਤਾਂ ਸਾਰੀ ਤੁਹਾਡੇ ਨਾਲ ਹੀ ਆ ਫੌਜ, ਉਹ ਤਾਂ ਕੋਈ ਨਿਹੱਥੇ ਸਿੱਖ ਜਿਹੜੇ ਕੋਈ ਸੇਵਾਦਾਰ ਵਾਲੇ ਆ ਟਹਿਲੀਏ, ਤੇ ਦਾਸੀਆਂ ਮਾਈਆਂ ਹੀ ਜ਼ਿਆਦਾ ਨਾਲ ਹੈ ਪਿਛਲੇ ਵਹੀਰ ਦੇ। ਤੇ ਫਿਰ ਕਿਸੇ ਨੇ ਦੱਸਿਆ ਮਹਾਰਾਜ ਵੀ ਉੱਦਾਂ ਪਿੱਛੇ ਭਾਈ ਭਗਤੂ ਦਾ ਨਨਾਵਾਂ ਜਿਹੜਾ ਤੁਹਾਥੋਂ ਆਪਦੀ ਭੁੱਲ ਬਖਸ਼ਾਉਣ ਵਾਸਤੇ ਪਿਛਲੇ 6 ਮਹੀਨਿਆਂ ਤੋਂ ਤੁਹਾਡਾ ਪਿੱਛਾ ਕਰ ਰਿਹਾ, ਮੱਥੇ ਨਹੀਂ ਲੱਗਦਾ, ਭਾਈ ਗੌਰ ਸਾਲ। ਤੇ ਨਗਾਰਾ ਵੱਜਦਾ ਜਾਪਦਾ ਹੈ ਭਾਈ ਗੌਰ ਸਾਲ ਮਹਾਰਾਜ ਪਿੱਛੇ ਆ ਰਹੇ ਹਨ। ਮਹਾਰਾਜ ਹੱਸ ਕੇ ਕਹਿੰਦੇ ਵੀ ਮਾਵਾਂ ਦਾ ਪੁੱਤ ਹੈ ਭਾਈ ਗੌਰਾ,
ਤੇ ਇਸੇ ਭਾਈ ਗੌਰ ਦੀਆਂ ਮਤਾਵਾਂ ਹਨ ਤੇ ਆਪੇ ਹੀ ਬਚਾ ਕੇ ਲੈ ਆਏਗਾ। ਪ੍ਰਵਾਹ ਨਾ ਕਰੋ ਜੇ ਗੌਰ ਸਾਲ ਪਿੱਛੇ ਤਾਂ। ਸੁਣ ਕੇ ਮਹਾਰਾਜ ਤੋਂ ਬਚਨ ਸਿੱਖ ਬੜੇ ਪ੍ਰਸੰਨ ਹੋਏ। ਕੁਛ ਸਿੱਖ ਜਿਹੜੇ ਆ ਉਹ ਕਹਿਣ ਲੱਗੇ ਵੀ ਮਨ ਹੀ ਮਨ ਵੀ ਮਰਨ ਚਾਹੀਦਾ ਸੀ, ਸਾਨੂੰ ਆਗਿਆ ਦੇ ਦਿੰਦੇ, ਅਸੀਂ ਜਾਂਦੇ ਲੜਦੇ ਜੰਗ ਯੁੱਧ, ਗੌਰਾ ਇਕੱਲਾ ਕੀ ਕਰ ਲਏਗਾ। ਉਹ ਇਸ ਤਰ੍ਹਾਂ ਸਾਧ ਸੰਗਤ ਦੀ ਜਦੋਂ ਕਿਤੇ ਹਿਰਦੇ ਵਿੱਚ ਪ੍ਰੇਮ ਹੋਵੇ ਵੀ ਮਹਾਰਾਜ ਮੈਨੂੰ ਬਖਸ਼ ਲੈਣ, ਜਦੋਂ ਕੋਈ ਭੁੱਲ ਕਰ ਪਵੇ, ਪਰ ਜੇ ਉਹ ਮਨ ਕਰਕੇ ਪਛਤਾਉਂਦਾ ਨਹੀਂ ਫੇਰ ਤਾਂ ਔਖਾ ਹੈ। ਅਤੇ ਜੇ ਕਿਤੇ ਮਨ ਕਰਕੇ ਉਹਨੂੰ ਪਛਤਾਵਾ ਹੋ ਜਾਵੇ, ਕਿਉਂਕਿ ਪਾਪ ਵੀ ਤਿਆਗਣਾ ਇੱਕ ਮਨ ਕਰਕੇ ਹੁੰਦਾ, ਇੱਕ ਸਰੀਰ ਕਰਕੇ ਤਿਆਗਣਾ। ਕਈ ਵਾਰੀ ਮਨ ਕਰਦਾ ਵੀ ਪਾਪ ਕਰੀਏ, ਪਰ ਸਰੀਰ ਕਰਕੇ ਨਹੀਂ ਕਰੀਦਾ। ਅਤੇ ਜੇ ਮਨ ਕਰਕੇ ਪਾਪ ਤਿਆਗਿਆ ਜਾਏ ਫਿਰ ਸਰੀਰ ਵਾਲਾ ਤਿਆਗਣ ਦੀ ਲੋੜ ਨਹੀਂ ਪੈਂਦੀ। ਮਾਰਾ ਇੱਕ ਹੈ ਤਜ ਜਾਹੇ ਕਨੇ। ਤੋ ਇਸ ਤਰ੍ਹਾਂ ਫਿਰ ਉਹ ਭਾਈ ਗੌਰ ਜੀ ਨੇ ਮਨ ਕਰਕੇ ਪਛਤਾਵਾ ਕੀਤਾ। ਮਹਾਰਾਜ ਨੇ ਤਰਸ ਕੀਤਾ ਅਤੇ ਉਹ ਸਾਰੀ ਵਿਧੀ ਜੀ ਬਣਾ ਦਿੱਤੀ। ਭਾਈ ਗੌਰ ਸਾਲ ਜੀ ਨੇ ਫਿਰ ਜਿਵੇਂ ਗੁਰੂ ਕਾ ਜਿਹੜਾ ਵਹੀਰ ਸੀ ਪਰਿਵਾਰ, ਉਹ ਤੁਰਕਾਂ ਦੇ ਘੇਰੇ ਤੋਂ ਛਡਾਇਆ, ਲਲਕਾਰ ਕੇ ਗਾਂਹ ਹੋ ਗਏ। ਅਤੇ ਫਿਰ ਜਿਵੇਂ ਸਾਧ ਸੰਗਤ ਦੀ ਜੰਗ ਯੁੱਧ ਸ਼ੁਰੂ ਹੋਇਆ ਹੈ, ਉਹ ਅੱਜ ਦੇ ਦੀਵਾਨ ਵਿੱਚ ਪ੍ਰਸੰਗ ਆਵੇਗਾ। ਸਤਿਗੁਰੂ ਹਰਿ ਸਾਹਿਬ ਮਹਾਰਾਜ ਨੂੰ ਹਿਰਦੇ ਵਿੱਚ ਵਸਾਉਂਦਿਆਂ ਹੋਇਆਂ ਧਰੀਏ ਧਿਆਨ। ਪਾਤਸ਼ਾਹ ਜੀ ਦਾ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ਼ਲਖ ਤੁਫੰਗਨ ਕੀ ਛੁੱਟੀ। ਤੋ ਜਿਹੜੀ ਗੋਲੀਆਂ ਪਾ ਲਈਆਂ ਬੰਦੂਕਾਂ ਵਿੱਚ, ਦੋ ਪਾਸਿਓਂ ਜੰਗ ਦਾ ਐਲਾਨ ਹੋ ਗਿਆ। ਨਾ ਤੁਰਕ ਪਿੱਛੇ ਹਟੇ ਅਤੇ ਨਾ ਭਾਈ ਗੌਰ ਸਾਲ ਜੀ, ਜਿਸ ਕਰਕੇ ਦੋ ਪਾਸਿਓਂ ਗੋਲੀਆਂ ਦੀਆਂ ਸ਼ਲਖਾਂ ਚੱਲੀਆਂ। ਸ਼ਲਖ ਕਹਿੰਦੇ ਇੱਕੋ ਵਾਰੀ ਕੋਈ ਸਾਰੀਆਂ ਬੰਦੂਕਾਂ ਇਕੱਠੀਆਂ ਚਲਾ ਦਈਏ, ਉਹਨੂੰ ਸ਼ਲਖ ਆਖਦੇ ਆ। ਤਾਂ ਇੱਕੋ ਵਾਰੀ ਸਾਰੀਆਂ ਤੋਪਾਂ ਵਾਹਿਗੁਰੂ ਜਿਹੜੀਆਂ ਬੰਦੂਕਾਂ ਉਹਦੇ ਵਿੱਚੋਂ ਗੋਲੀਆਂ ਚੱਲੀਆਂ ਹਨ। ਲੱਗੇ ਤੁਰਕ ਤਨ ਘਾਏ। ਅਤੇ ਜਿਵੇਂ ਉਹ ਜਿੰਨੇ ਤੁਰਕ ਸੀ ਉਹਨਾਂ ਦੇ ਸਰੀਰਾਂ 'ਤੇ ਗੁਰੂ ਕੇ ਸਿੱਖਾਂ ਦੀਆਂ ਗੋਲੀਆਂ ਵੱਜਦੀਆਂ। ਭਾਈ ਗੌਰ ਸਾਲ ਦੇ ਸਾਥੀਆਂ ਬਰਾੜ ਸਿੱਖਾਂ ਦੀਆਂ, ਜਿਹਦੇ ਨਾਲ ਸਭ ਦੇ ਸਰੀਰ ਤੁਰਕਾਂ ਦੇ ਘਾਏ ਜਾ ਰਹੇ, ਜ਼ਖਮੀ ਹੋ ਰਹੇ ਹਨ। ਗਿਰੇ ਤੁਰੰਗਨ ਤੇ ਤੁਰਤ। ਭਾਟਨੀਆਂ ਖਾ ਖਾ ਕੇ ਤੁਰਕ ਘੋੜਿਆਂ ਤੋਂ ਪਿਛਾਂ ਡਿੱਗਣ ਲੱਗੇ ਆ। ਜੇ ਅਤ ਹੈ ਅਗਵਾਏ। ਜਿਹੜੇ ਬਹੁਤ ਹੀ ਆਫਰੇ ਹੋਏ ਅੱਗੇ ਆਉਂਦੇ ਸੀ ਨਾ, ਲੱਗ ਲੱਗ ਕੇ ਵੀ ਅਸੀਂ ਵੇਹਣੇ ਕਿਹੜਾ ਗੌਰ ਸਾਲ ਆ ਗਿਆ ਸਾਨੂੰ ਰੋਕਣ ਨੂੰ। ਜਿਹੜੇ ਬਹੁਤ ਹੀ ਅੱਗੇ ਸੀ ਉਹ ਪਹਿਲੀ ਗੋਲੀਆਂ ਦੀ ਬਾਛੜ ਦੇ ਨਾਲ ਕੇਰ ਲਏ ਹਨ। ਭੁਜੰਗ ਛੰਦ ਲਿਓ ਘੇਰ ਆਗੂ ਖਰੋ ਤਾਹੇ ਠੌਰੇ। ਜਿੱਥੇ ਖੜੇ ਹੋਏ ਸੀ ਗੁਰੂ ਕੇ ਪਰਿਵਾਰ ਨੂੰ ਅੱਗਾ ਰੋਕ ਕੇ ਤੁਰਕ ਸਾਰੇ ਹੀ ਉਸ ਥਾਂ 'ਤੇ ਭਾਈ ਗੌਰ ਜੀ ਪਹੁੰਚੇ ਆ। ਸਭੈ ਰੋਕ ਸਤਰੂ ਵੱਡੇ ਵੀਰ ਗੌਰੇ। ਭਾਈ ਗੌਰੇ ਤੇ ਦੇ ਨਾਲ ਦੇ ਵੱਡੇ ਸੂਰਮਿਆਂ ਸਾਰੇ ਤੁਰਕਾਂ ਦੇ ਜਿਹੜੇ ਦੁਸ਼ਮਣ ਤੁਰਕ ਜਿਹੜੇ ਹੈ ਉਹ ਖੜੇ ਵੇਖੇ ਹੈ ਤੇ ਸਭ ਨੂੰ ਰੋਕ ਲਿਆ ਹੈ। ਭਇਓ ਦੂਰ ਕੋ ਪੰਥ ਚਾਲਿਓ ਬਹੀਰਾ। ਜਿਹੜਾ ਵਹੀਰ ਸੀ ਭਾਈ ਗੌਰ ਜੀ ਕਹਿੰਦੇ ਵੀ ਤੁਸੀਂ ਜਾਓ, ਇਹਨਾਂ ਨਾਲ ਮਾਤਾ ਅਸੀਂ ਨਿਬੜਾਂਗੇ। ਸਤਿਗੁਰਾਂ ਦੇ ਮਹਿਲਾਂ ਨੂੰ ਐਂ ਕਹਿ ਕੇ ਤੇ ਗਾਂਹ ਤੋਰ ਦਿੱਤਾ। ਉਹ ਗੁਰੂ ਹਰਿ ਸਾਹਿਬ ਵਾਲੇ ਪਾਸੇ ਨੂੰ ਤੁਰਨ ਲੱਗੇ ਤੇ ਭਾਈ ਗੌਰ ਸਾਲ ਜੀ ਇੱਥੇ ਰਹਿ ਗਏ ਹਨ। ਗੁਰੂ ਔਰ ਕੋ ਛੋੜ ਚਿੰਤਾ ਸਧੀਰਾ। ਤੇ ਚਿੰਤਾ ਮੁੱਕ ਗਈ ਸਭ ਦੀ, ਵਹੀਰ ਦੀ, ਪਰਿਵਾਰ ਮਹਾਰਾਜ ਦੀ ਵੀ, ਭਾਈ ਗੌਰ ਸਾਲ, ਕਿਉਂਕਿ ਉਹਦਾ ਪਤਾ ਹੀ ਸੀ ਭਾਈ ਗੌਰ ਸਾਲ ਦਾ ਵੀ ਬਹੁਤ ਤਗੜਾ ਜਰਨੈਲ ਹੈ। ਤਾਂ ਭਾਈ ਗੌਰ ਸਾਲ ਨੂੰ ਆਇਆ ਵੇਖ ਕੇ ਮਹਾਰਾਜ ਦੇ ਪਰਿਵਾਰ ਦੀ ਚਿੰਤਾ ਬਿਲਕੁਲ ਖਤਮ ਹੋ ਗਈ, ਧੀਰ ਜਾ ਗਿਆ। ਬੇਫਿਕਰ ਹੋ ਕਰਕੇ ਸਤਿਗੁਰਾਂ ਵੱਲ ਨੂੰ ਤੁਰ ਪਏ ਆ। ਰਿਪੂ ਦੌਰ ਜਾਹੇ ਦਿਸ਼ਾ ਕੋ ਚਲੰਤੇ। ਜਿੱਥੇ ਸੰਗਤ ਜੀ ਹੁਣ ਦੁਸ਼ਮਣ ਇੱਕ ਦੂਜੇ ਵੱਲ ਵੇਖ ਕੇ, ਇੱਕ ਪਾਸੇ ਗੌਰ ਸਾਲ ਦੀ ਫੌਜ, ਇੱਕ ਪਾਸੇ ਮੁਗਲ ਸਿੱਖਾਂ ਦਾ ਪੋਤਰਾ ਖੜਾ, ਦੋ ਪਾਸੇ ਦੀਆਂ ਫੌਜਾਂ ਦੇ ਸੂਰਮੇ ਇੱਕ ਦੂਜੇ ਵੱਲ ਵੱਧ ਵੱਧ ਕੇ ਵਾਰ ਕਰਦੇ ਹੈ। ਅਤੇ ਇਸ ਤਰ੍ਹਾਂ ਭਾਰੀ ਜਿਹੜਾ ਹੈ ਉਹ ਫੌਜ ਦਾ ਆਪਸ ਵਿੱਚ ਟਾਕਰਾ ਹੁੰਦਾ ਹੈ ਜੀ। ਕਿਤੈ ਘੇਰ ਆਗੈ ਤੁਫੰਗੈ ਹਨੰਤੇ। ਭਾਈ ਗੌਰ ਸਾਲ ਦੇ ਸੂਰਮੇ ਅੱਗੇ ਵੱਧ ਕੇ ਕਈ ਵਾਰ ਸ਼ਲਖ ਕੀਤੀ, ਬੰਦੂਕਾਂ ਦੇ ਗੋਲੀਆਂ ਕੀਤੀਆਂ, ਫੈਰ ਜੇ ਕੀਤੇ ਹੈ। ਨਹੀਂ ਜਾਣ ਦੀਨੇ ਬਹੀਰੰਗ ਪਿਛਾਰੀ। ਤੇ ਵਹੀਰ ਨੂੰ ਪਿਛਾਂ ਜਿਹੜਾ ਨਾ ਉਹ ਮੁੜਨ ਦੀ ਲੋੜ ਨਾ ਪਈ। ਭਾਵ ਵੀ ਸਤਿਗੁਰੂ ਮਹਾਰਾਜ ਦੀ ਕਿਰਪਾ ਹੈ ਭਾਈ ਗੌਰ ਸਾਲ ਜੀ 'ਤੇ,
ਨਹੀਂ ਜਾਣ ਦੀਨੋ ਵਹੀਰੰ ਪਿਛਾਰੀ। ਤੁਰਕਾਂ ਦੀ ਫੌਜ ਨੂੰ ਵਹੀਰ ਦੇ ਪਿੱਛੇ ਨਾ ਜਾਣ ਦਿੱਤਾ, ਅੱਗੇ ਖੜ ਗਏ ਤੇ ਪਿੱਛੇ ਤੁਰਨੋਂ ਰੋਕ ਦਿੱਤਾ ਹੈ। ਵਹੀਰ ਗੁਰੂ ਕਾ ਪਰਿਵਾਰ ਕੱਲਾ ਤੁਰ ਗਿਆ ਹੈ। ਰਚਿਓ ਜੰਗ ਭੀਮੰ ਰਿਸੇ ਸ਼ਸਤਰ ਧਾਰੀ। ਬਹੁਤ ਭਿਆਨਕ ਜੰਗ ਮੰਡਿਆ ਗਿਆ, ਦੋ ਪਾਸਿਓਂ ਕਾਫੀ ਜਿਹੜੇ ਵਾਰ ਹੁੰਦੇ ਤੇ ਭਾਈ ਗੌਰਸਾਲ ਦੇ ਸੂਰਮੇ ਤਗੜੇ ਹੈ, ਜਿਨ੍ਹਾਂ ਨੇ ਕਾਫੀ ਜਿਹੜੇ ਤੁਰਕ ਨਾਸ਼ ਕਰ ਦਿੱਤੇ ਹਨ। ਕਰੇ ਤੇਜ ਤਾਜੀ ਧਰੇ ਹਾਥ ਨਿਜੇ। ਇਦਾਂ ਸਾਧ ਸੰਗਤ ਦੀ ਘੋੜੇ ਤੇਜ਼ ਦੜਾਉਂਦੇ ਹੈ, ਹੱਥਾਂ ਦੇ ਵਿੱਚ ਬਰਸ਼ੇ ਪਕੜੇ ਹੋਏ ਹਨ। ਪਰੋਏ ਪਰੇ ਸੋ ਜਮੰ ਧਾਮ ਭੇਜੇ। ਜਿਵੇਂ ਬਰੇ ਪਾਠ ਵੀ ਆ ਜਾਂਦਾ, ਜਿਵੇਂ ਵੜੇ ਨਹੀਂ ਸੀਖਾਂ 'ਚ ਪਾ ਕੇ ਭੁੰਨਦਾ ਹੁੰਦਾ ਕੋਈ ਤੰਦੂਰ ਤੇ, ਇੱਦਾਂ ਬਰਸ਼ਿਆਂ ਦੇ ਵਿੱਚ ਪਰੇ ਕਰ ਲੈਣਾ ਪਾਠ ਤੇ ਪਰੋਏ ਪਰੋਏ ਪਏ ਹੈ। ਭਾਵ ਗੁਰੂ ਕੇ ਸਿੱਖਾਂ ਭਾਈ ਗੌਰਸਾਲ ਦੇ ਜਿਹੜੇ ਸਿੱਖ ਸੂਰਮੇ ਆ ਨਾ ਨਾਲ ਦੇ, ਇਹਨਾਂ ਦੇ ਬਰਸ਼ਿਆਂ ਦੇ ਵਿੱਚ ਇਸ ਤਰ੍ਹਾਂ ਤੁਰਕਾਂ ਦੀਆਂ ਲੋਥਾਂ ਹੀ ਲੋਥਾਂ, ਇੱਕ ਬਰਸ਼ੇ ਵਿੱਚ 4-4 5-5 ਪਰੋਏ ਹੋਏ ਹਨ। ਚੱਲੈ ਤੀਰ ਤੀਖੇ ਤਸੈ ਦੇਹ ਫੋਰੇ। ਜਦੋਂ ਤੀਰ ਚੱਲਦੇ ਆ ਨਾ ਗੁਰੂ ਕੇ ਸੂਰਮਿਆਂ ਦੇ, ਤੇ ਤੀਰ ਜਾ ਕੇ ਦੁਸ਼ਮਣ ਦੀ ਛਾਤੀ ਵਿੱਚ, ਸਾਰੀ ਦੇਹ ਵਿੱਚ ਜਿਹੜੇ ਵੜ ਜਾਂਦੇ ਹਨ ਤੇ ਛਾਤੀਆਂ ਪਾੜਦੀਆਂ ਨੇ। ਗਿਰੇ ਵੀਰ ਭੂਮੈ ਫਿਰੈ ਛੂਛ ਘੋਰੇ। ਸੂਰਮੇ ਕੋ ਵੱਡੇ ਵੱਡੇ ਜਰਨੈਲ ਘੋੜਿਆਂ ਤੋਂ ਥੱਲੇ ਡਿੱਗਣ ਲੱਗੇ, ਤੇ ਜਿਹੜੇ ਘੋੜੇ ਐ ਉਹ ਖਾਲੀ ਹਿਣਕਦੇ ਫਿਰਦੇ ਮੈਦਾਨ ਦੇ ਅੰਦਰ। ਕੜਾ ਕੜ ਬੰਦੂਕ ਛੁੱਟੀ ਕੜਕੈ। ਕਾੜ ਕਾੜ ਕਰਕੇ ਗੁਰੂ ਕੇ ਸਿੱਖਾਂ ਦੀਆਂ, ਦੂਜੇ ਪਾਸੇ ਤੁਰਕਾਂ ਦੀਆਂ ਗੋਲੀਆਂ ਚੱਲਦੀਆਂ ਨੇ। ਭਏ ਕਾਬ ਜੋਧਾਨ ਤੇਗੇ ਸੜਕੈ। ਤੇ ਤੇਗੇ ਸੜਕ ਕਰਕੇ ਇੱਕ ਦੂਜੇ ਦੀ ਛਾਤੀ ਤੇ ਚੱਲਦੇ, ਸਿਰਾਂ ਤੇ ਲੱਤਾਂ ਬਾਹਾਂ ਤੇ ਚੱਲਦੇ। ਤੇਗਿਆਂ ਦੇ ਸੜਾਕ ਦੀ ਭਾਵ ਫੱਟ ਲਾਉਣ ਦੀ ਆਵਾਜ਼ ਆਉਂਦੀ, ਲੋਹਾ ਖੜਕਣ ਦੀ ਆਵਾਜ਼ ਆਉਂਦੀ, ਬੜੇ ਭਾਰੀ ਸਰੀਰਾਂ ਤੇ ਫੱਟ ਲੱਗ ਰਹੇ ਐ। ਮਿਲੈ ਵੀਰ ਬਾਹੈ ਕਟੈ ਅੰਗ ਡਾਰੈ। ਸੂਰਮੇ ਭੇੜ ਪਿਆ ਹੋਇਆ ਮਿਲ ਕੇ ਭਾਰੀ ਇੱਕ ਦੂਜੇ ਦੇ ਅੰਗਾਂ ਤੇ ਵਾਰ ਕਰਦੇ, ਬਾਹਾਂ ਲੱਤਾਂ ਹੱਡ ਪੈਰ ਵੱਡੇ ਤੁਰੇ ਜਾ ਰਹੇ ਐ, ਸੁੱਟੇ ਜਾ ਰਹੇ ਐ। ਕਰੈ ਵੀਰ ਹੇਲਾ ਸੋ ਮਾਰੰ ਪੁਕਾਰੈ। ਤੇ ਹੱਲਾ ਕਰਦੇ ਐ ਇੱਕ ਦੂਜੇ ਵਾਲੇ ਪਾਸੇ, ਮਾਰ ਦਿਓ ਦੀ ਪੁਕਾਰ ਆਉਂਦੀ ਹੈ, ਆਵਾਜ਼ ਆਉਂਦੀ ਹੈ। ਜਬੈ ਮਾਰ ਐਸੀ ਕਰੀ ਸੂਰ ਗੋਰੇ। ਏਦਾਂ ਭਾਈ ਗੌਰਸਾਲ ਦੇ ਸੂਰਮਿਆਂ ਨੇ ਕਾਫੀ ਭਾਰੀ ਜਦੋਂ ਮਾਰ ਕੀਤੀ, ਵਾਰ ਤੇ ਵਾਰ ਕਰੀ ਤੁਰੇ ਆਉਂਦੇ ਆ। ਤੁਰਕਾਂ ਦੀਆਂ ਲੋਥਾਂ ਦੇ ਢੇਰ ਲੱਗਣ ਲੱਗੇ। ਜਦੋਂ ਭਾਈ ਗੌਰਸਾਲ ਦੇ ਸੂਰਮਿਆਂ ਨੇ ਭਾਰੀ ਭਿਆਨਕ ਜੰਗ ਕੀਤਾ ਹੈ। ਹੱਡੇ ਮੂੰਡ ਫੂਟੇ ਪਿਖੇ ਤਾਹੇ ਠੌਰੇ। ਕਈਆਂ ਦੇ ਮੂੰਹ ਪਾਟ ਗਏ, ਜ਼ਖਮੀ ਹੋ ਕੇ ਤੁਰਕ ਇੱਕ ਵਾਰੀ ਪਿਛਾਂ ਮੁੜ ਪਏ ਹਨ। ਪਰੇ ਕਾਬ ਖੈ ਕੈ ਕਿਤੇ ਪਾਨ ਜਾਚੇ। ਤੇ ਕਈ ਪਾਣੀ ਮੰਗਦੇ ਐ। ਜੰਗ ਦੇ ਮੈਦਾਨ ਵਿੱਚ ਫੱਟ ਲੱਗੇ ਹੋਏ, ਸਰੀਰ ਵੱਢਿਆ ਹੋਇਆ, ਧਰਤੀ ਤੇ ਲੇਟੇ ਪਾਣੀ ਦੀ ਪੁਕਾਰ ਕਰਦੇ ਪਏ ਐ। ਪੱਕਾ ਪੱਕ ਲੋਹੂ ਚਲੈ ਧੂਜ ਰਾਚੇ। ਐਸੇ ਤੇਗੇ ਮਾਰੇ ਐ ਭਾਈ ਗੌਰਸਾਲ ਦੇ ਸੂਰਮਿਆਂ, ਪੱਕ ਕਰਕੇ ਖੂਨ ਜਿਹੜਾ ਜ਼ਖਮਾਂ ਦੇ ਵਿੱਚੋਂ ਵਹਿੰਦਾ ਤੇ ਤੂੜੀ ਵਿੱਚ ਰਲ ਕੇ ਤੇ ਮਿੱਝ ਕਹਾਣੀ ਬਣਦੀ ਹੈ। ਦੋਹਰਾ ਠਟਕੀ ਚਮੂ ਬਿਲੋਕ ਕੈ। ਤੋ ਏਦਾਂ ਫੌਜ ਰੋਕ ਲਈ। ਵਹੀਰ ਦੇ ਪਿੱਛੇ ਭਾਈ ਗੌਰਸਾਲ ਨੇ ਫੌਜ ਨੂੰ ਨਹੀਂ ਜਾਣ ਦਿੱਤਾ ਹੈ। ਠਠੰਬਰ ਗਈ ਹੈ ਤੁਰਕਾਂ ਦੀ ਫੌਜ। ਰਿਸਿਓ ਕਹਿਤ ਉਮਰਾਵ। ਤੇ ਜਿਹੜਾ ਉਮਰਾਵ ਸੀ ਸਾਧ ਸੰਗਤ ਜੀ, ਉਹ ਬੜਾ ਗੁੱਸੇ ਹੁੰਦਾ, ਕਿਉਂਕਿ ਜਿਹੜੇ ਕੰਮ ਆਏ ਸੀ ਉਹ ਹੋਇਆ ਨਹੀਂ, ਫੌਜ ਵੀ ਮਰਦੀ ਜਾ ਰਹੀ ਹੈ। ਪਤਾ ਹੀ ਨਹੀਂ ਨਾ ਸੀ ਇਸ ਗੱਲ ਦਾ ਵੀ ਭਾਈ ਗੌਰਸਾਲ ਨੇ ਵੀ ਆ ਜਾਣਾ। ਇਹਨਾਂ ਤਾਂ ਇਕੱਲੇ ਪਰਿਵਾਰ ਹੀ ਵੇਖੇ ਤੇ ਜਿਹੜੇ ਨਿਹੱਥੇ ਸਿੱਖ ਵੇਖੇ ਸੀ। ਜਦੋਂ ਇੱਕਦਮ ਭਾਈ ਗੌਰਸਾਲ ਭੁੱਖੇ ਸ਼ੇਰ ਵਾਂਗਰਾਂ ਪੈ ਗਏ, ਜਿਹੜਾ ਮੁਗਲਸ ਖਾਂ ਦਾ ਪੋਤਰਾ ਇਹਨਾਂ ਫੌਜ ਦਾ ਮੁੱਖ ਜਰਨੈਲ, ਉਹ ਬੜਾ ਹੈਰਾਨ ਹੁੰਦਾ, ਬੜਾ ਦੁਖੀ ਹੋ ਕੇ ਗੁੱਸੇ 'ਚ ਆਇਆ ਹੈ। ਪਿਖੋ ਕਹਾ ਠਾਂਡੇ ਅਬ ਹੈ। ਕਹਿੰਦੇ ਵਹਿੰਦੇ ਕੀ ਹੋ, ਗਾਂਹ ਹੋਵੋ, ਇਹਨਾਂ ਨੂੰ ਵੇਖ ਕੇ ਡਰਦੇ ਕਿਉਂ ਹੋ? ਪਿੱਛੇ ਹਟਣ ਦੀ ਲੋੜ ਨਹੀਂ, ਤੁਸੀਂ ਤੁਰਕਾਂ ਦਾ ਖੂਨ ਹੋ। ਇਹਨਾਂ ਦੇ ਪੱਲੇ ਕੀ, ਤਾਂ ਤੇਗ ਵਾਹੁਣੀ ਅਜੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਸਿੱਖੇ, ਇਹਨਾਂ ਨੂੰ ਤਾਂ 50 ਸਾਲ ਨਹੀਂ ਹੋਏ ਤਲਵਾਰ ਫੜੀ ਨੂੰ, ਤੇ ਤੁਹਾਡੀਆਂ ਕੌਮ ਨੂੰ, ਤੁਹਾਨੂੰ ਕਿੰਨੇ ਸੌ ਸਾਲ ਹੋ ਗਏ ਰਾਜ ਕਰਦਿਆਂ ਨੂੰ, ਇਹ ਤਾਂ ਉੱਠੇ ਕੱਲ੍ਹ ਅਜੇ। ਇਹੋ ਜਿਹੇ ਸਿੱਖਾਂ ਤੋਂ ਡਰਨ ਦੀ ਲੋੜ ਨਹੀਂ। ਮੁਗਲਸ ਖਾਂ ਲਲਕਾਰਦਾ ਆਪਦੀ ਫੌਜ ਨੂੰ ਵੀ ਅੱਗੇ ਹੋ ਕੇ ਸਿੱਖਾਂ ਤੇ ਵੱਧ ਕੇ ਵਾਰ ਕਰੋ, ਰੁਕੋ ਨਾ ਜੀ। ਕਿਉਂ ਨਾ ਡਾਲ ਤੇ ਘਾਵ। ਕਿਉਂ ਨਹੀਂ ਘਾਵ, ਜੰਗ ਦਾ ਮੌਕਾ ਵੇਖ ਕੇ ਜੰਗ ਦਾ ਘਾਵ ਫੱਟ ਮਾਰਦੇ ਗਾਂਹ ਹੋ ਕੇ? ਕਿਉਂ ਨਹੀਂ ਗੁਰੂ ਕੇ ਸਿੱਖਾਂ ਦੇ ਸਿਰ ਵਿੱਚ ਤਲਵਾਰਾਂ ਤੇ ਤੇਗੇ ਮਾਰਦੇ ਹੋ? ਇਨਹ ਭਲਾਪ ਹੋ ਜੇ ਖਰੇ। ਜੇ ਖੜ ਗਏ ਨਾ ਤੁਹਾਨੂੰ ਰੋਕ ਕੇ ਤੇ ਵਹੀਰ ਨੂੰ ਲੁੱਟਣ ਨਹੀਂ ਦਿੰਦੇ, ਤੇ ਇਹਨਾਂ ਨੂੰ ਮਾਰੋ, ਅਗਲੇ ਖੜਿਆਂ ਹੋਇਆਂ ਨੂੰ ਭਜਾਓ ਇੱਥੋਂ ਜੰਗ ਦੇ ਮੈਦਾਨ ਚੋਂ। ਇੱਕ ਬਿਨ ਹੀਲਾ ਡਾਲ। ਤੇ ਇੱਕੋ ਵਾਰੀ ਹੱਲਾ ਕਰੋ ਸਾਰੇ, ਇੱਕੋ ਵਾਰ। ਇਹ ਸਿੱਖ ਕਿੰਨੇ? ਗੌਰਸਾਲ ਕੋਲ ਕੇਵਲ 300 ਸੂਰਮਾ, ਤੇ ਤੁਸੀਂ ਕਿੰਨੇ ਹੋ? ਇੱਕੋ ਵਾਰ ਹੱਲਾ ਕਰਕੇ ਸਾਰੇ ਪੈ ਜਾਓ,
ਤੇ ਸਿੱਖਾਂ ਦੇ ਪੈਰ ਪੱਟ ਕੇ ਪਿਛਾਂ ਧੱਕ ਦਿਓ ਜੀ। ਪੁਨ ਬਹੀਰ ਲੂਟਹੁ ਸਕਲ। ਤੇ ਪਹਿਲਾਂ ਭਾਈ ਗੌਰਸਾਲ ਨੂੰ ਇਹਦੇ ਸਿੱਖਾਂ ਨਾਲਦਿਆਂ ਨੂੰ ਮਾਰੋ 300 ਫੌਜ ਨੂੰ, ਤੇ ਫਿਰ ਬੇਫਿਕਰ ਹੋ ਕੇ ਆਨੰਦ ਦੇ ਨਾਲ ਗੁਰੂ ਕੇ ਪਰਿਵਾਰ ਦਾ ਡੇਰਾ ਲੁੱਟਾਂਗੇ। ਇੱਦਾਂ ਮਨ ਵਿੱਚ ਜਿਹੜੀ ਸਲਾਹ ਨਾ ਉਗੜ ਕੇ ਉੱਚੀ ਆਵਾਜ਼ ਵਿੱਚ ਕਹਿੰਦਾ ਮੁਗਲ ਸਿੱਖਾਂ ਦਾ ਪੋਤਰਾ ਵੀ ਪਹਿਲਾਂ ਭਾਈ ਗੌਰਸਾਲ ਤੇ ਇਹਦੇ ਨਾਲਦਿਆਂ ਨੂੰ ਮਾਰੋ, ਫੇਰ ਆਪਾਂ ਗੁਰੂ ਕਾ ਪਰਿਵਾਰ ਲੁੱਟਾਂਗੇ। ਰੱਜ ਰੱਜ ਕੇ ਲੁੱਟ ਮਾਰ ਕਰਨੀ, ਖਜ਼ਾਨੇ ਭਰ ਲਿਆ ਜੇ। ਵੱਡੋ ਸੰਭਾਲੋ ਮਾਲ। ਤੇ ਬੜਾ ਮਾਲ ਹੈ ਗੁਰੂ ਕੇ ਖਜ਼ਾਨੇ ਦੇ ਵਿੱਚ, ਉਹ ਸਾਰਾ ਲੁੱਟ ਲਵਾਂਗੇ ਤੇ ਸਾਰਾ ਕੁਝ ਤੁਹਾਡਾ ਹੋਏਗਾ। ਪਰ ਉਦੋਂ ਪਹਿਲਾਂ ਇੱਕ ਵਾਰੀ ਗੌਰਸਾਲ ਤੇ ਇਹਦੇ ਨਾਲ ਦੇ ਸਾਥੀਆਂ ਦਾ ਕੰਡਾ ਕੱਢਣਾ ਜ਼ਰੂਰੀ ਹੈ। ਰਸਾਵਲ ਛੰਦ ਸੁਨੀ ਕਾਨ ਬਾਨੀ ਪਤੀ ਜਾਨ ਮਾਨੀ। ਜਦੋਂ ਸੰਗਤ ਜੀ ਤੁਰਕਾਂ ਨੇ ਆਪਦੇ ਜਰਨੈਲ ਦੇ ਬੋਲ ਸੁਣੇ ਵੀ ਪਹਿਲਾਂ ਇਹ ਗੌਰਸਾਲ ਤੇ ਸਿੱਖਾਂ ਨੂੰ ਮਾਰੋ, ਫਿਰ ਡੇਰਾ ਲੁੱਟਾਂਗੇ ਰੱਜ ਰੱਜ ਕੇ, ਐਸਾ ਮਨ ਵਿੱਚ ਖਿਆਲ ਕਰਕੇ ਤੇ ਜਿਵੇਂ ਬਚਨ ਕੀਤਾ ਇਹਨਾਂ ਦੇ ਜਿਹੜੇ ਮੁੱਖ ਜਰਨੈਲ ਮੁਗਲ ਸਿੱਖਾਂ ਦੇ ਪੋਤਰੇ ਨੇ, ਸਭ ਨੇ ਸੁਣਿਆ ਤੇ ਐਦਾਂ ਮਨ ਵਿੱਚ ਗੱਲ ਮੰਨੀ ਧਾਰੀ ਜਿਵੇਂ ਆਪਦੇ ਪਤੀ ਦੀ ਮੰਨੀ ਦੀ ਹੈ। ਤੁਫੰਗਾ ਸੰਭਾਰੀ ਬਰੂਦਾਨ ਡਾਰੀ। ਇੱਦਾਂ ਸਾਧ ਸੰਗਤ ਦੀ ਗੋਲੀਆਂ ਭਰ ਲਈਆਂ, ਬੰਦੂਕਾਂ ਮੋਢਿਆਂ ਤੇ ਰੱਖ ਲਈਆਂ, ਤਿਆਰ ਕਰ ਲਈਆਂ ਹਨ। ਠੁਗੀ ਫੇਰ ਗੋਰੀ ਕਰੀ ਤਿਆਰ ਛੋਰੀ। ਠੋਕ ਠੋਕ ਕੇ ਗਾਜ ਤੇ ਗੋਲੀਆਂ ਠੋਕ ਲਈਆਂ ਬਰੂਦ ਪਾ ਕਰਕੇ, ਤੇ ਇਸੇ ਤਰ੍ਹਾਂ ਪਲੀਤੇ ਤੁਖਾ ਕੇ ਤੋੜੇ ਨਾਲ ਦੰਭ ਕੇ ਚਲਾ ਦਿੱਤੀਆਂ ਹਨ। ਧੜਾਕੇ ਉਠਾਏ ਪਲੀਤੇ ਤੁਖਾਏ। ਪਲੀਤੇ ਤੁਖਦੇ ਆ, ਚਾਰ ਚਫੇਰੇ ਕੜਾਕ ਕੜਾਕ ਦੀ ਆਵਾਜ਼ ਗੋਲੀਆਂ ਚੱਲਣ ਦੀ ਆਉਂਦੀ ਹੈ। ਭਵਾਏ ਤੁਰੰਗਾ ਵੱਡੇ ਬੇਗ ਸੰਗਾ। ਵੱਡੇ ਸੂਰਮੇ ਗੋਲੀ ਤੋਂ ਬਚਣ ਵਾਸਤੇ ਘੋੜਿਆਂ ਨੂੰ ਭਜਾਉਂਦੇ, ਕਦੇ ਖੱਬੇ ਕਦੇ ਸੱਜੇ ਕਰਦੇ ਆ। ਕਰੇ ਨੇਰ ਆਏ ਸੋ ਨੇਜੇ ਭਰਮਾਏ। ਏਦਾਂ ਸੰਗਤ ਜੀ ਤੁਰਕਾਂ ਦੀ ਫੌਜ ਯਾਲ ਹੀ ਕਰਦੀ ਗੋਲੀਆਂ ਚਲਾਉਂਦੀ, ਤੇ ਭਾਈ ਗੌਰਸਾਲ ਦੀ ਫੌਜ ਨੂੰ ਵਧੀ ਖੱਬੇ ਸੱਜੇ ਘੋੜੇ ਕਰਕੇ ਭਾਈ ਗੌਰਸਾਲ ਤੇ ਉਹਦੇ ਸੂਰਮਿਆਂ ਨੇ ਬਚਾਅ ਕੀਤਾ। ਜਦੋਂ ਗੋਲੀਆਂ ਚੱਲ ਗਈਆਂ, ਨੇੜਾ ਆ ਗਿਆ ਪਤਾ ਬੰਦੂਕ ਭਰਨ ਤੇ ਉਦੋਂ ਸਮਾਂ ਲੱਗਦਾ ਸੀਗਾ, ਤੇ ਇਹਨਾਂ ਭਰਨ ਨਹੀਂ ਦੇਣੀ, ਤੋੜੇਦਾਰ ਬੰਦੂਕਾਂ ਸਨ। ਤਾਂ ਨੇਜੇ ਬਰਸ਼ੇ ਭਰਮਾਉਂਦੇ ਹੋਏ ਤੁਰਕਾਂ ਦੇ ਦਲ ਗੁਰੂ ਪਾਤਸ਼ਾਹ ਮਹਾਰਾਜ ਦੇ ਸਿੱਖ ਸੂਰਮਿਆਂ ਦੇ ਉੱਪਰ ਪੈ ਗਏ ਐ। ਮੇਰੇ ਸਿਓ ਵੀਰ ਗੌਰਾ ਖਰੋ ਤਾਹੇ ਠੌਰਾ। ਜਦੋਂ ਇਹ ਬਰਸ਼ੇ ਕਮਾਉਂਦੇ ਤੁਰਕ ਭਾਈ ਗੌਰਸਾਲ ਦੀ ਫੌਜ ਦੇ ਉੱਪਰ ਹੱਲਾ ਕਰਨ ਪਏ, ਪਿੱਛੇ ਹਟ ਕੇ ਭੱਜ ਕੇ ਆਉਂਦੇ ਆ। ਭਾਈ ਗੌਰਸਾਲ ਜੀ ਜਿੱਥੇ ਖੜੇ ਹੋਏ ਬੜਾ ਗੁੱਸਾ ਆਇਆ ਹੈ, ਬੜੇ ਇਸੇ ਤਰ੍ਹਾਂ ਨੇਤਰ ਲਾਲ ਹੋਏ ਆ। ਸੋ ਬੈਰੰਗ ਜਮਾਏ ਨਹੀਂ ਚਾਲ ਪਾਏ। ਤੇ ਇਹਨਾਂ ਆਖਿਆ ਵੀ ਪਿੱਛੇ ਨਹੀਂ ਜਾਣਾ, ਜੇ ਜਿੰਨੇ ਮਰਜ਼ੀ ਚੜ੍ਹ ਕੇ ਆ ਜਾਣ, ਇਸੇ ਤਰ੍ਹਾਂ ਇਹਨਾਂ ਦਾ ਹਮਲਾ ਸਿਰ ਮੱਥੇ ਸਹਾਰਨਾ ਹੈ। ਇਸੇ ਨਾਲ ਹੀ ਸੂਰਮਿਆਂ ਗੁਰੂ ਹਰਿਰਾਏ ਸਾਹਿਬ ਦੀ ਖੁਸ਼ੀ ਲਈ ਜਾ ਸਕਦੀ ਹੈ। ਇੱਦਾਂ ਦੇ ਬਚਨ ਕਹੇ ਭਾਈ ਗੌਰਸਾਲ ਨੇ ਪੈਰ ਗੱਡੇ ਹੋਏ ਜੰਗ ਦੇ ਮੈਦਾਨ ਵਿੱਚ, ਤੇ ਪਿੱਛੇ ਰੱਤੀ ਮਾਤਰ ਪੈਰ ਨਹੀਂ ਪਾਇਆ ਹੈ। ਤੁਫੰਗਾਨ ਗੋਰੀ ਇਕੰ ਬਾਦ ਛੋਰੀ। ਭਾਈ ਗੌਰਸਾਲ ਦੇ ਨਾਲ ਦੇ ਸੂਰਮਿਆਂ ਇੱਕੋ ਵਾਰ ਗੋਲੀਆਂ ਪਾ ਕੇ ਬੰਦੂਕਾਂ ਵਿੱਚ ਤੇ ਛੱਡੀਆਂ ਨੇ ਤੁਰਕਾਂ ਵੱਲ ਸਿੱਧੀਆਂ ਕਰਕੇ। ਭਕੈ ਸਿੱਖ ਸਾਰੇ ਲਿਜੈ ਸਤਰ ਮਾਰੇ। ਤੇ ਸਿੱਖ ਵੀ ਲਲਕਾਰਦੇ ਵੀ ਆਓ, ਜ਼ਰੂਰ ਆਓ, ਤੁਹਾਨੂੰ ਜੀ ਆਇਆਂ ਆਖਦੇ ਹਾਂ। ਅੱਗੇ ਵੱਧਦੇ ਗੁਰੂ ਕੇ ਸਿੱਖ, ਤੇ ਬੜਾ ਭਾਰੀ ਚਾਅ ਚੜਿਆ ਹੋਇਆ ਲਲਕਾਰਦੇ ਆ ਵੀ ਨਾਲਦਿਆਂ ਸਿੱਖਾਂ ਸੂਰਮਿਆਂ ਜਰਨੈਲਾਂ ਨੂੰ ਵੀ ਜਿੰਨੇ ਚੜ੍ਹ ਕੇ ਆਏ ਇਹਨਾਂ ਚੋਂ ਇੱਕ ਨਹੀਂ ਅੱਜ ਖਾਲੀ ਜਾਣ ਦੇਣਾ, ਮਾਰ ਲਓ, ਮੁੜ ਕੇ ਨਹੀਂ ਜਾਣ ਦੇਣੇ ਹਨ। ਤਿਨੋ ਜੋਰ ਕਾਲਾ ਮਹਾ ਹੀਲ ਡਾਲਾ। ਇੱਦਾਂ ਸੰਗਤ ਜੀ ਭਾਰੀ ਜ਼ੋਰ ਘਾਲਿਆ, ਕੱਲਾ ਹੱਲਾ ਕੀਤਾ ਤੁਰਕਾਂ ਨੇ। ਇੱਧਰ ਭਾਈ ਗੌਰਸਾਲ ਨੇ ਵੀ ਬੜੀ ਮਰਦਾਨਗੀ ਵਿਖਾਈ ਹੈ। ਸਹੇ ਉਠਾਲ ਹੋਇ ਕੈ ਹਨੈ ਕ੍ਰੋਧ ਕਹਿ ਕੈ। ਖਿੜੇ ਮੱਥੇ ਇਹਨਾਂ ਦਾ ਹਮਲਾ ਸਹਾਰਿਆ, ਪੈਰ ਨਹੀਂ ਪੱਟੇ, ਤੇ ਬੜੇ ਕ੍ਰੋਧ ਦੇ ਨਾਲ ਤੁਰਕਾਂ ਨੂੰ ਵੱਢ ਕੇ ਸੁੱਟਦੇ ਐ। ਉਥੱਲੈ ਪਥੱਲੈ ਨਹੀਂ ਪਾਏ ਹੱਲੈ। ਪੈਰ ਨਹੀਂ ਹਿਲਦੇ, ਲਾਸ਼ਾਂ ਨੂੰ ਉਥਲਦੇ ਐ, ਭਾਵ ਵਾਰ ਕਰਦੇ ਐ ਤੇਗੇ ਦਾ ਉਥਲ ਕੇ, ਤੇ ਜਦੋਂ ਵਾਰ ਵੱਜ ਜਾਂਦਾ ਤੇ ਲੋਥ ਜਿਹੜੀ ਆ ਪਲਥ ਕੇ ਥੱਲੇ ਡਿੱਗ ਪੈਂਦੀ ਘੋੜੇ ਤੋਂ। ਰਿਪੂ ਤੁੰਡ ਤੋਰਾ ਦੀਏ ਪਾਛ ਮੋਰਾ। ਕਿਸੇ ਦੁਸ਼ਮਣਾਂ ਦੇ ਮੂੰਹ ਟੁੱਟ ਗਏ ਐ, ਬਰਛਿਆਂ ਦੇ ਨਾਲ ਮੂੰਹ ਪਾਟ ਗਏ, ਤੇ ਡਰਦੇ ਪਿਛਾਂ ਮੁੜ ਗਏ ਜੰਗ ਦਾ ਮੈਦਾਨ ਛੱਡ ਕੇ। ਪੁਨੰ ਕੋ ਪਛਾਈ ਕਨੀ ਸੈਨ ਆਈ। ਭਾਰੀ ਕ੍ਰੋਧ ਛਾ ਰਿਹਾ ਭਾਈ ਗੌਰਸਾਲ ਦੇ ਸੂਰਮਿਆਂ ਨੂੰ, ਕਿਉਂਕਿ ਸੈਨਾ ਤੁਰਕਾਂ ਦੀ ਬਹੁਤੀ ਹੈ, ਇਹਨਾਂ ਦੀ ਗਿਣਤੀ ਕੇਵਲ 300 ਹੈ। ਤਫੰਗੈ ਚਲਾਈ ਸੋ ਧੌਂਸੇ ਬਜਾਈ। ਨਗਾਰਚੀ ਸੂਰਮੇ ਮਾਰੂ ਰਾਗ ਦੇ ਧੌਂਸੇ ਨਗਾਰੇ ਖੜਕਾਉਂਦੇ ਜੰਗ ਦੇ ਮੈਦਾਨ ਵਿੱਚ ਉਤਸ਼ਾਹ ਵਧਾਉਣ ਵਾਸਤੇ ਸੂਰਮਿਆਂ ਦਾ। ਤੇ ਭਾਈ ਗੌਰਸਾਲ ਦੇ ਜਿੰਨੇ ਜੰਗੀ ਸਾਥੀ ਹੈ, ਉਹ ਗੋਲੀਆਂ ਦੇ ਵਾਰ ਕਰ ਰਹੇ ਬੰਦੂਕਾਂ ਨਾਲ। ਉਲੰਘਿਓ ਬਹੀਰੰ ਵਿਖਿਓ ਨਾਹੀ ਤੀਰੰ। ਤੇ ਹੁਣ ਗੁਰੂ ਕਾ ਜਿਹੜਾ ਵਹੀਰ ਸੀ ਨਾ ਸੰਗਤ ਜੀ, ਪਰਿਵਾਰ ਇੰਨਾ ਕੁ ਦੂਰ ਚਲਾ ਗਿਆ ਵੀ ਦਿਸਣੋਂ ਹਟ ਗਿਆ ਸੀ ਜਿੱਥੇ ਭਾਈ ਗੌਰਸਾਲ ਤੇ ਤੁਰਕਾਂ ਦਾ ਜੰਗ ਹੋ ਰਿਹਾ। ਇੱਥੋਂ ਗੁਰੂ ਕਾ ਪਰਿਵਾਰ ਇੰਨਾ ਅੱਗੇ ਜਾ ਚੁੱਕਾ ਹੈ ਵੀ ਨਾ ਤਾਂ ਹੁਣ ਭਾਈ ਗੌਰਸਾਲ ਨੂੰ ਦੀਦਾ,
ਤੇ ਨਾ ਹੀ ਤੁਰਕਾਂ ਨੂੰ ਦੀਦਾ, ਅੱਖੋਂ ਓਹਲੇ ਹੋ ਗਿਆ ਹੈ ਜੀ। ਤਬੈ ਗੌਰ ਬੀਰੰ ਲੜਿਓ ਧਰ ਤੇ ਧੀਰੰ। ਭਾਈ ਗੌਰੇ ਨੂੰ ਫਿਰ ਧੀਰਜ ਵੱਜ ਗਿਆ ਵੀ ਹੁਣ ਮਹਾਰਾਜ ਦਾ ਪਰਿਵਾਰ ਜਿਹੜਾ ਨਾ ਉਹ ਚਲਾ ਗਿਆ, ਕਿਉਂਕਿ ਪਹਿਲਾਂ ਇਹਨਾਂ ਨੂੰ ਰੋਕਣ ਵਾਸਤੇ ਹੀ ਲੜਦੇ ਸੀ ਇਕੱਲਾ, ਵੀ ਮਰਨ ਭਵੇਂ ਨਾ ਮਗਰ ਨਾ ਜਾਣ ਬਸ। ਜਦੋਂ ਭਾਈ ਗੌਰਸਾਲ ਨੇ ਵੇਖਿਆ ਵੀ ਹੁਣ ਗੁਰੂ ਕਾ ਪਰਿਵਾਰ ਤਾਂ ਇਹਨਾਂ ਦੀ ਪਹੁੰਚ ਤੋਂ ਗਾਂਹ ਚਲ ਗਿਆ, ਅੱਗੇ ਮਹਾਰਾਜ ਖੜੇ ਹੋਣਗੇ ਤੇ ਸਨੇਹ ਤਾਂ ਮਰਨ ਨੂੰ ਲੱਗ ਹੀ ਗਏ ਹੈ। ਜਦੋਂ ਭਾਈ ਗੌਰਸਾਲ ਨੇ ਗੁਰੂ ਕਾ ਪਰਿਵਾਰ ਵੇਖਿਆ ਵੀ ਹੁਣ ਸੁਰੱਖਿਆ ਵਿੱਚ ਕੋਈ ਪ੍ਰਵਾਹ ਨਹੀਂ, ਫਿਰ ਅਸਲੀ ਜੰਗ ਵਿਖਾਉਣ ਵਾਸਤੇ ਭਾਈ ਗੌਰਸਾਲ ਦਾ ਮਨ ਮੰਨਿਆ ਤੇ ਭਾਰੀ ਮਾਰ ਧਾਰ ਕੇ ਜਿਹੜਾ ਨਾ ਧੀਰਜ ਧਾਰ ਕੇ ਲੜਨ ਲੱਗੇ ਆ। ਹਟੇ ਥੋਰ ਪਾਛੇ ਮਚਿਓ ਲੋਹ ਆਛੇ। ਇੱਦਾਂ ਪਿੱਛੇ ਜਿਹੜਾ ਹਟਣ ਲੱਗ ਪਏ ਤੁਰਕ, ਜਦੋਂ ਭਾਈ ਗੌਰਸਾਲ ਨੇ ਜੰਗ ਮਚਾਇਆ ਤੁਰਕ ਪਿੱਛੇ ਹਟੇ ਹੈ। ਭਾਰੀ ਰੌਲਾ ਮਾਰੋ ਮਾਰ ਦੋ ਹੁੰਦੀ ਹੈ ਦਿਨੰ ਅੰਤ ਜਾਨਾ ਹਨੈ ਤਾਹੇ ਬਾਨਾ। ਤੇ ਬੜਾ ਲੋਹ ਮਚ ਰਿਹਾ, ਜੰਗ ਮਚ ਰਿਹਾ ਹੈ। ਦਿਨ ਸਾਧ ਸੰਗਤ ਜੀ ਛੁਪਣ ਵਾਲਾ ਸੀ, ਕਿਉਂਕਿ ਪਹਿਲੇ ਦਿਨ ਦਾ ਕਾਫੀ ਚੜਾਅ ਹੋ ਚੁੱਕਾ ਸੀ। ਜੰਗ ਕਰਦਿਆਂ ਕਰਦਿਆਂ ਜਦੋਂ ਦਿਨ ਢਲਣ ਲੱਗਿਆ ਹੈ, ਕਿ ਬਾਨਾ ਨਕਾਰੀ ਡਗੰ ਟੂਕ ਮਾਰੀ। ਫਿਰ ਹੁਣ ਗੋਲੀ ਦਾ ਨਿਸ਼ਾਨਾ ਲੱਗਣੋਂ ਹਟ ਗਿਆ ਤੇ ਨੇੜੇ ਜਾ ਕੇ ਮਾਰਨਾ ਪੈਣਾ ਸੀ ਹਨੇਰੇ 'ਚ। ਤਾਂ ਭਾਈ ਗੌਰਸਾਲ ਤੇ ਇਹਨਾਂ ਦੇ ਸੂਰਮਿਆਂ ਬੰਦੂਕਾਂ ਛੱਡ ਦਿੱਤੀਆਂ ਤੇ ਹੱਥ ਵਿੱਚ ਤੇਗੇ ਮਿਆਨਾਂ 'ਚੋਂ ਧੂ ਲਏ ਹਨ। ਹਥਾਵਥ ਹੋਏ ਰਿਪੂ ਪ੍ਰਾਨ ਖੋਏ। ਸਾਧ ਸੰਗਤ ਜੀ ਲਾਗੇ ਪਹੁੰਚ ਗਏ, ਘੋੜਿਆਂ ਤੇ ਚੜ੍ਹ ਕੇ ਹੱਥੋਂ ਹੱਥੀ ਦਾ ਜੰਗ ਹੋਇਆ। ਕਾਫੀ ਤੁਰਕਾਂ ਨੂੰ ਤੇਗਿਆਂ ਦੇ ਘਾਟ ਲੰਘਾ ਦਿੱਤਾ ਹੈ। ਨਹੀਂ ਜਾਣ ਦੀਨੇ ਜਿਨੋ ਵਾਰ ਕੀਨੇ। ਜਿਨ੍ਹਾਂ ਵਾਰ ਕੀਤਾ ਤੇ ਗੁਰੂ ਕੇ ਪਰਿਵਾਰ ਨੂੰ ਲੁੱਟਣ ਦੀ ਮਨਸ਼ਾ ਰੱਖ ਕੇ ਆਏ, ਐਸੇ ਤੁਰਕਾਂ ਨੂੰ ਗੁਰੂ ਕੇ ਸਿੱਖ ਸੂਰਮਿਆਂ ਨੇ ਜਿਉਂਦੇ ਨਹੀਂ ਮੁੜਨ ਦਿੱਤਾ ਹੈ। ਮਹਾਂਵੀਰ ਗੌਰਾ ਫਿਰਿਓ ਜੰਗ ਦੌਰਾ। ਇਧਰ ਬੱਬਰ ਸ਼ੇਰ ਵਾਂਗਰਾਂ ਭਾਈ ਮਹਾਂਵੀਰ ਸੂਰਮਾ ਭਾਈ ਗੌਰਸਾਲ ਜੀ ਫਿਰਦੇ ਹਨ। ਹਰੀ ਸ਼੍ਰੋਨ ਸਾਰੀ ਕਿਰਪਾਨ ਸੰਭਾਰੀ। ਤਲਵਾਰਾਂ ਚੱਲਦੀਆਂ, ਫੱਟ ਲੱਗਦੇ ਐ, ਖੂਨ ਵਹਿੰਦਾ। ਸਾਰੀ ਧਰਤੀ ਜਿਹੜੀ ਹੈ ਨਾ ਇਸ ਅਸਥਾਨ ਦੀ, ਉਹ ਖੂਨ ਨਾਲ ਲੱਥ-ਪੱਥ ਲਾਲ ਹੋ ਰਹੀ ਹੈ। ਖਚਾ ਖਚ ਬਾਹੈ ਕਟੈ ਅੰਗ ਲਾਹੈ। ਜਿੱਥੇ ਤੇਗੇ ਵਹਿੰਦੇ ਐ ਖੱਪਰ ਖੁੱਲਦੇ ਐ, ਜਿੱਥੇ ਫੱਟ ਵੱਜਦਾ ਹੈ ਮਾਸ ਪਾੜ ਜਾਂਦਾ ਤੇ ਖੜਪ ਖੜਪ ਦੀ ਆਵਾਜ਼ ਆਉਂਦੀ ਹੈ, ਭਬਕਾਂ ਮਾਰਦਾ, ਖੂਨ ਪ੍ਰਣਾਲੇ ਬਣ ਕੇ ਚੱਲਦਾ ਹੈ। ਸਰੀਰ ਦੇ ਅੰਗ ਵੱਢ ਵੱਢ ਕੇ ਧਰਤੀ ਤੇ ਡੇਗੇ ਜਾ ਰਹੇ ਹੈ। ਕਨੋ ਜੰਗ ਘਾਲਾ ਭਈ ਭੂਮ ਲਾਲਾ। ਸਾਰੀ ਧਰਤੀ ਲਾਲ ਹੋ ਗਈ ਹੈ। ਭਾਰੀ ਭਾਈ ਗੌਰਸਾਲ ਤੇ ਇਹਨਾਂ ਦੇ ਸੂਰਮਿਆਂ ਜੰਗ ਮੰਡਿਆ ਹੈ। ਗਿਰੇ ਰੁੰਡ ਮੁੰਡੰ ਗਰੇ ਖੰਡ ਤੁੰਡੰ। ਸਭ ਪਾਸੇ ਰੁੰਡ ਮੁੰਡ ਹੋ ਗਈ ਹੈ। ਭਾਵ ਕਿਤੇ ਮੂੰਹ ਪਏ ਹੋਏ ਆ ਅੱਧਕ ਵੱਡੇ, ਕਿਤੇ ਸਿਰ ਗਰਦਨਾਂ ਪਈਆਂ, ਕਿਤੇ ਧੜ ਪਏ ਹੋਏ ਹਨ ਜੀ। ਦੋਹਰਾ ਲੜਤ ਰਹਿਓ ਗਨ ਤੁਰਕ ਸੋ। ਸਾਰੇ ਤੁਰਕਾਂ ਨਾਲ ਕੇਵਲ 300 ਦੀ ਗਿਣਤੀ 'ਚ ਭਾਈ ਗੌਰਸਾਲ ਦੀ ਫੌਜ ਲੜ ਰਹੀ ਹੈ। ਹਤ ਹਤ ਪਕ ਤਰਵਾਰ। ਪਹਿਲਾਂ ਗੋਲੀਆਂ, ਫਿਰ ਹਨੇਰਾ ਪਏ ਤੋਂ ਤਲਵਾਰਾਂ ਦਾ ਜੰਗ ਹੋਇਆ ਹੈ। ਨਹੀਂ ਜਾਨ ਅੱਗੇ ਦੀਏ। ਅੱਗੇ ਨਹੀਂ ਜਾਣ ਦਿੱਤਾ। ਸਤਿਗੁਰੂ ਹਰਿਰਾਏ ਸਾਹਿਬ ਦੇ ਪਰਿਵਾਰ ਵਾਲੇ ਪਾਸੇ ਕੈੜੀ ਅੱਖ ਨਾਲ ਵੀ ਵੇਖਣ ਨਹੀਂ ਦਿੱਤਾ ਹੈ। ਅਰੇ ਓ ਮਨਿੰਦ ਕਿਵਾਰ। ਜਿਵੇਂ ਕੋਈ ਦਰਵਾਜ਼ਾ ਡਿਉੜੀ ਦਾ ਲੱਗ ਜਾਏ ਤੇ ਬੰਦ ਹੋ ਜਾਂਦਾ, ਨਹੀਂ ਜਾਇਆ ਜਾਂਦਾ ਨਾ ਅੰਦਰ ਬਾਹਰ, ਐਦਾਂ ਕੰਧ ਬਣ ਕੇ, ਦਰਵਾਜ਼ਾ ਬਣ ਕੇ, ਪੱਥਰ ਦਾ ਪਹਾੜ ਸਿਲ ਬਣ ਕੇ ਭਾਈ ਗੌਰਸਾਲ ਜੀ ਖੜ ਗਏ। ਮਹਾਰਾਜ ਦੇ ਪਰਿਵਾਰ ਦੇ ਮਗਰ ਨਹੀਂ ਜਾਣ ਦਿੱਤਾ ਦੁਸ਼ਟਾਂ ਨੂੰ। ਅੰਤః ਪੁਰ ਸਤਿਗੁਰੂ ਕੋ। ਇਧਰ ਸਾਧ ਸੰਗਤ ਜੀ ਜਿਹੜਾ ਸਤਿਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਦਾ ਪਰਿਵਾਰ ਹੈ, ਅਪਰ ਵਹੀਰ ਸਮੂਹ। ਉਹ ਜਿੰਨਾ ਵਹੀਰ ਸੀਗਾ ਸਾਰਾ, ਜਿਹਦੇ ਵਿੱਚ ਦਾਸ ਦਾਸੀਆਂ ਤੇ ਮਹਾਰਾਜ ਦਾ ਪਰਿਵਾਰ ਹੈ, ਵਸਤ ਸਹਿਤ ਸੁਖ ਸੋ ਗਏ। ਉਹ ਬੜੇ ਆਨੰਦ ਦੇ ਨਾਲ ਨਾ ਬੇਫਿਕਰ ਹੋ ਕੇ ਤੁਰਦੇ ਤੁਰਦੇ ਤੇ ਸਤਿਗੁਰੂ ਹਰਿਰਾਏ ਸਾਹਿਬ ਦੇ ਪਾਸ ਪਹੁੰਚੇ ਹੈ। ਭਇਓ ਨ ਕੋ ਪ੍ਰਤਿਯੂਹ। ਇਹਨਾਂ ਨੂੰ ਸਾਧ ਸੰਗਤ ਜੀ ਕੋਈ ਰੋਕ ਨਾ ਹੋ ਸਕੀ, ਕਿਉਂਕਿ ਵਿਘਨ ਪੈਣਾ ਕਾਹਦਾ ਸੀ। ਜਦੋਂ ਭਾਈ ਗੌਰਸਾਲ ਜੀ ਡਟੇ ਹੋਏ ਹੈ ਤਾਂ ਗੁਰੂ ਕਾ ਪਰਿਵਾਰ ਬਹੁਤ ਸੌਖੇ ਢੰਗ ਨਾਲ ਸਤਿਗੁਰੂ ਮਹਾਰਾਜ ਦੀ ਫੌਜ ਦੇ ਲਾਗੇ ਜਾ ਪਹੁੰਚਾ ਹੈ। ਟੋਟਕ ਛੰਦ ਦਿਨ ਕੇਰ ਪ੍ਰਕਾਸ਼ ਰਹਿਓ ਜਬ ਲਓ। ਸਾਧ ਸੰਗਤ ਜੀ ਜਿੰਨਾ ਸਮਾਂ ਦਿਨ ਦਾ ਚੜਾ ਰਿਹਾ, ਭਾਵ ਸੂਰਜ ਨਹੀਂ ਅਜੇ ਛੁਪਿਆ ਸੀ, ਕਰ ਜੰਗ ਹਰਿਓ ਥਿਰ ਹੋਇ ਤਬ ਲਓ। ਭਾਈ ਗੌਰਸਾਲ ਪੈਰ ਟਿਕਾ ਕੇ ਉਹਨਾਂ ਸਮਾਂ ਜੰਗ ਕਰਦੇ ਰਹੇ ਐ। ਪੁਨ ਸੂਰ ਅਥਿਓ ਤਮ ਫੈਲ ਗਇਓ। ਫਿਰ ਰਾਤ ਪੈ ਗਈ ਤੇ ਜਦੋਂ ਰਾਤ ਪੈਣ ਕਰਕੇ ਸੂਰਜ ਡੁੱਬਾ ਤੇ ਸਾਰੇ ਪਾਸੇ ਹਨੇਰਾ ਹਨੇਰਾ ਹੋਇਆ ਹੈ। ਰਨ ਮੈਂ ਨਹਿ ਦੇਖਨ ਹੋਤ ਭਇਓ। ਤੇ ਜੰਗ ਵਿੱਚ ਫਿਰ ਦਿਸਣੋਂ ਹਟ ਗਿਆ। ਨਾ ਤਾਂ ਹੁਣ ਭਾਈ ਗੌਰਸਾਲ ਦੇ ਸੂਰਮਿਆਂ ਨੂੰ ਦੀਦਾ ਤੇ ਨਾ ਤੁਰਕਾਂ ਨੂੰ ਇਧਰ ਕੋਈ ਦੀਦਾ, ਜਿਸ ਕਰਕੇ ਦੋ ਪਾਸੇ ਭਾਰੀ ਹਨੇਰਾ ਹੋਇਆ ਜਾ ਪਿਆ। ਭਾਵ ਰਾਤ ਪਈ ਤੋਂ ਜਦੋਂ ਹਨੇਰ ਪਿਆ ਹੈ। ਤੁਰਕਾਨ ਤਬੈ ਤਮ ਜਾਣ ਤਹਾਂ। ਤੇ ਤੁਰਕਾਂ ਨੇ ਫਿਰ ਆਪਦਾ ਭਲਾ ਜਿਹੜਾ ਨਾ ਉਹ ਇਸੇ 'ਚ ਹੀ ਜਾਣਿਆ ਵੀ ਹੁਣ ਤਾਂ ਬਹੁਤ ਭਾਰੀ ਹਨੇਰ ਪੈ ਗਿਆ ਹੈ ਰਣ ਤਿਆਗ ਹਟੇ ਉਮਰਾਬ ਜਹਾਂ। ਤੇ ਆਪਾਂ ਪਿਛਾਂ ਹੀ ਹਟ ਜਾਈਏ, ਕਿਉਂਕਿ ਤੁਰਕਾਂ ਦੀ ਗਿਣਤੀ ਜ਼ਿਆਦੇ ਸੀ ਤੇ ਥੋੜ੍ਹੀ ਫੌਜ ਵਾਲੇ ਦਾ ਨੁਕਸਾਨ ਘੱਟ ਹੁੰਦਾ ਹਨੇਰੇ ਵਿੱਚ।
ਆਪਸ 'ਚ ਹੀ ਲੜ ਕੇ ਮਰਨ ਲੱਗੇ। ਤਾਂ ਤੁਰਕਾਂ ਨੇ ਆਪਦੀ ਹਾਰ ਹੁੰਦੀ ਵੇਖ ਕੇ, ਹਨੇਰਾ ਪਿਆ ਵੇਖ ਕੇ ਤੇ ਪਿੱਛੇ ਮੁੜ ਜਾਣਾ ਚੰਗਾ ਸਮਝਿਆ। ਤੇ ਮੁਗਲ ਸਿੱਖਾਂ ਦਾ ਪੋਤਰਾ ਜਿੱਥੇ ਪਿਛਾਂ ਖੜਾ ਹੋਇਆ, ਸਾਰੀ ਫੌਜ ਵੀ ਮੁੜ ਪਈ ਹੈ। ਅਬ ਨਾਹੇ ਚਲੈ ਬਸ ਰਾਤ ਪਰੀ। ਪਤਾ ਵੀ ਹੁਣ ਰਾਤ ਪੈ ਗਈ ਹੈ, ਇਹਨਾਂ ਸਿੱਖਾਂ ਤੇ ਆਪਣਾ ਵਸ ਨਹੀਂ ਚੱਲਣਾ ਹੈ। ਹਰ ਸੈਨ ਹਰੀ ਕਰ ਜੋਹਲ ਡਰੀ। ਤੇ ਇੱਧਰ ਭਾਈ ਗੌਰਸਾਲ ਜੀ ਦੀ ਜਿਹੜੀ ਸੂਰਮਾ ਬੜੇ ਯੋਧੇ ਉਹਦੇ ਵਿੱਚ ਭਰਤੀ ਹੈ, ਜਿਸ ਕਰਕੇ ਬੜੇ ਪੈਰ ਗੱਡ ਕੇ ਤੇ ਚੰਗੀ ਤਰ੍ਹਾਂ ਲੜੇ ਹੈ। ਤੇ ਇਹ ਹੈ ਤੁਰਕਾਂ ਦੀ ਗਿਣਤੀ ਜ਼ਿਆਦਾ ਸੀ, ਪਰ ਉਹ ਇਹ ਅੰਦਾਜ਼ਾ ਲਾ ਲਿਆ ਵੀ ਭਾਈ ਗੌਰਸਾਲ ਦੇ ਸੂਰਮੇ ਸਾਥੋਂ ਤਗੜੇ ਹੈ, ਇੱਕ ਰਾਤ ਹੋ ਗਈ ਹੈ। ਇਹ ਵਿਚਾਰ ਕੇ ਪਿੱਛੇ ਹਟ ਪਏ ਹੈ, ਵਿਚਲੇ ਨਹ ਧੀਰਜ ਧਾਰ ਰਹੇ। ਕਿਉਂਕਿ ਉਹਨਾਂ ਜਾਣਿਆ ਵੀ ਗੁਰੂ ਕੇ ਸੂਰਮੇ ਵਿਚਲੇ ਨਹੀਂ, ਸਾਥੋਂ ਡਰੇ ਨਹੀਂ, ਧੀਰਜ ਧਾਰ ਕੇ ਖੜੇ ਰਹੇ ਹਨ। ਪਟ ਨਾਹਕ ਭੇੜ ਮ੍ਰਿਤੂ ਸੋ ਲਹੇ। ਤੇ ਇਧਰ ਸਾਡੇ ਜਿਹੜੇ ਸੂਰਮੇ ਆ ਉਹ ਨਾ ਕੀ ਮਰ ਗਏ, ਬੇਅੰਤ ਸੂਰਮੇ ਸਾਡੇ ਮੌਤ ਦੇ ਘਾਟ ਚੜ੍ਹ ਗਏ ਡੇਰਾ ਲੁੱਟਣ ਦੇ ਚੱਕਰ 'ਚ। ਕਿੱਡੇ ਕਿੱਡੇ ਜਰਨੈਲ ਇਸ ਗੁਰੂ ਕੇ ਸਿੱਖਾਂ ਦੇ ਹੱਥੋਂ ਮਰਵਾ ਲਏ ਆ, ਕੁਝ ਹੱਥ ਵੀ ਨਹੀਂ ਆਇਆ ਤੇ ਨੁਕਸਾਨ ਬਹੁਤਾ ਹੋਇਆ ਹੈ। ਤੁਰਕਾਨ ਤਹਾਂ ਹਟ ਢੇਰ ਕੀਓ। ਇਦਾਂ ਸਾਧ ਸੰਗੀ ਤੁਰਕਾਂ ਨੇ ਫਿਰ ਪਿਛਾਂ ਹਟ ਕੇ ਡੇਰਾ ਕਰ ਲਿਆ, ਭਾਈ ਗੌਰਸਾਲ ਦੀ ਫੌਜ ਤੋਂ ਮੂੰਹ ਮੋੜ ਲਿਆ ਹੈ। ਲਿਤ ਘਾਇਲ ਦੇਖ ਸੰਭਾਲ ਲਿਓ। ਤੇ ਜਿਹੜੇ ਕੋ ਮਰ ਗਏ ਉਹ ਲਾਸ਼ਾਂ ਚੁੱਕੀਆਂ ਰਾਤੋਂ ਰਾਤ, ਜਿਹੜੇ ਕੋਈ ਜ਼ਖਮੀ ਹਾਏ ਹਾਏ ਕਰਦੇ ਸੀ ਮੈਦਾਨ ਵਿੱਚ, ਉਹਨਾਂ ਦੀਆਂ ਲਾਸ਼ਾਂ ਜਾਂ ਉਹਨਾਂ ਦੇ ਜਿਹੜੇ ਸਰੀਰ ਸੀ ਜ਼ਖਮੀ, ਉਹਨਾਂ ਦੀ ਸਾਂਭ ਸੰਭਾਲ ਕੀਤੀ ਹੈ। ਭਗਤੂ ਸਤ ਦੁੰਦਬ ਆਵਤ ਭਾ। ਇੱਧਰ ਜਦੋਂ ਤੁਰਕ ਜੰਗ ਦਾ ਮੈਦਾਨ ਛੱਡ ਕੇ ਭੱਜ ਗਏ, ਭਾਈ ਭਗਤੂ ਦੇ ਪੁੱਤਰ ਭਾਈ ਗੌਰਸਾਲ ਨੇ ਫਿਰ ਦੋਹਰੀਆਂ ਚੋਭਾਂ ਤੇ ਜੰਗੀ ਜਿੱਤ ਦੇ ਨਗਾਰੇ ਵਜਵਾ ਦਿੱਤੇ ਹੈ। ਹਰ ਰਾਹੇ ਗੁਰੂ ਦੇ ਸਜਾਵਤ ਭਾ। ਤੇ ਫਿਰ ਧੰਨ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲ ਜਾਣ ਦੀ ਇੱਛਾ ਉੱਠੀ ਹੈ। ਜਬ ਕੋਸ ਰਹੇ ਥਿਰ ਹੋਤ ਭਇਓ। ਤੇ ਮਹਾਰਾਜ ਦੇ ਮਗਰ ਤੁਰ ਪਿਆ ਭਾਈ ਗੌਰਸਾਲ, ਤੇ ਜੰਗ ਕਰਦਾ ਸੀ ਜਿਸ ਕਰਕੇ ਵਿੱਥ ਕਾਫੀ ਪੈ ਗਈ ਤੇ ਲਹੂ ਲੁਹਾਨ ਹੋਇਆ। ਭਾਈ ਗੌਰਸਾਲ ਸਤਿਗੁਰੂ ਹਰਿ ਰਾਇ ਸਾਹਿਬ ਦੇ ਪਿੱਛੇ ਤੁਰ ਪਿਆ। ਜਦੋਂ ਗਾਂਹ ਵੇਖਿਆ ਵੀ ਕੋਹ ਡੇਰਾ ਰਹਿ ਗਿਆ, ਮਹਾਰਾਜ ਦਾ ਮਸ਼ਾਲਾਂ ਜਗਦੀਆਂ ਦਿਸੀਆਂ, ਤੇ ਫਿਰ ਰੁਕ ਗਿਆ, ਕਿਉਂਕਿ ਪਰਨ ਕੀਤਾ ਸੀ ਵੀ ਮਹਾਰਾਜ ਨੇ ਆਖਿਆ ਵੀ ਸਾਡੇ ਮੱਥੇ ਨਾ ਲੱਗੇ ਗੌਰਾ। ਤੇ ਇਹ ਕਰਕੇ ਹੁਣ ਭਾਈ ਗੌਰਸਾਲ ਜਦੋਂ ਇੱਕ ਕੋ ਮਹਾਰਾਜ ਦਾ ਡੇਰਾ ਰਹਿ ਗਿਆ ਸਾਹਮਣੇ, ਜੰਗ ਜਿੱਤਣ ਤੋਂ ਬਾਅਦ ਤੁਰਿਆ, ਇੱਕ ਕੋ ਮਹਾਰਾਜ ਨੂੰ ਸਾਹਮਣੇ ਖੜਿਆਂ ਵੇਖ ਕੇ ਰਾਤ ਦੇ ਸਮੇਂ ਫਿਰ ਰੁਕ ਗਿਆ ਹੈ। ਨਿਜ ਸੂਰ ਸੋ ਢੇਰ ਲਗਾਏ ਦਿਓ। ਤੇ ਆਪਣੇ ਸੂਰਮਿਆਂ ਨੂੰ ਕਿਹਾ ਵੀ ਹੁਣ ਇੱਥੇ ਡੇਰਾ ਲਾ ਲਓ। ਸਾਰੇ ਸੂਰਮਿਆਂ ਸਮੇਤ ਇੱਥੇ ਰਾਤ ਰੁਕਿਆ ਹੈ। ਗੁਰ ਤੀਰ ਬਹੀਰ ਗਇਓ ਸਭ ਹੂੰ। ਤੇ ਧੰਨ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਦੇ ਲਾਗੇ ਨਹੀਂ ਇਸ ਤਰ੍ਹਾਂ ਪਹੁੰਚਿਆ, ਤੇ ਦੂਰ ਹੀ ਸੱਚੇ ਪਾਤਸ਼ਾਹ ਮਹਾਰਾਜ ਦੇ ਖੜਾ ਰਿਹਾ। ਤੇ ਇਦਾਂ ਸਾਧ ਸੰਗਤ ਜੀ ਮਨ ਵਿੱਚ ਵਿਚਾਰ ਕੀਤੀ ਵੀ ਮਹਾਰਾਜ ਆਪ ਬਖਸ਼ ਲੈਣ, ਸਰਾਪ ਵੀ ਨਾ ਦਿੱਤਾ ਹੈ, ਤੇ ਮਹਾਰਾਜ ਮੇਰੇ ਮਨ ਦੀ ਹਾਲਤ ਨੂੰ ਸਮਝਣ। ਇਦਾਂ ਸਾਧ ਸੰਗਤ ਜੀ ਗੁਰ ਬੂਜਨ ਕੀਨ ਮਿਲੇ ਜਬ ਹੂੰ। ਤੇ ਇੱਧਰ ਜਿਹੜਾ ਵਹੀਰ ਸੀ ਨਾ ਗੁਰੂ ਕਾ ਪਰਿਵਾਰ, ਉਹ ਤੁਰਦਾ ਤੁਰਦਾ ਤੇ ਗੁਰੂ ਹਰਿ ਰਾਇ ਸਾਹਿਬ ਦੇ ਨਾਲ ਜਾ ਮਿਲਿਆ ਮਾਤਾਵਾਂ। ਤਾਂ ਇਹ ਮਹਾਰਾਜ ਦੇ ਪਰਿਵਾਰ ਨੂੰ ਸਤਿਗੁਰੂ ਹਰਿ ਰਾਇ ਸਾਹਿਬ ਜਦੋਂ ਪਿੱਛੋਂ ਆ ਕੇ ਰਲੇ ਨਾ ਇਹ ਪਰਿਵਾਰ ਮਹਾਰਾਜ ਨਾਲ, ਤੇ ਮਹਾਰਾਜ ਪਾਤਸ਼ਾਹ ਜੀ ਪੁੱਛਦੇ ਆ, ਤੁਰਕਾਨ ਨਹੀਂ ਨੁਕਸਾਨ ਕੀਓ। ਮਹਾਰਾਜ ਪੁੱਛਦੇ ਵੀ ਸੁਣਿਆ ਤੁਰਕ ਪੈ ਗਏ ਸਨ, ਕੀ ਗੱਲ ਸਾਰੇ ਬਿਲਕੁਲ ਚੜ੍ਹਦੀ ਕਲਾ 'ਚ ਹੈ, ਕੋਈ ਕਿਸੇ ਦਾ ਕੋਈ ਵਾਲ ਨਹੀਂ ਵਿੰਗਾ ਹੋਇਆ, ਜਾਪਦਾ ਭੱਜ ਦੌੜ ਨਹੀਂ ਪਈ ਲੱਗਦੀ, ਬੜੇ ਬੇਫਿਕਰੇ ਹੋ ਕੇ ਆਏ ਹੋ, ਕੀ ਗੱਲ ਤੁਹਾਨੂੰ ਤੁਰਕਾਂ ਨੇ ਰੋਕਿਆ ਨਾ ਰਾਹ ਵਿੱਚ? ਐਦਾਂ ਮਹਾਰਾਜ ਜੀ ਪੁੱਛਦੇ ਆ। ਪਹੁੰਚੇ ਆਪਣੀ ਵਸਤੂ ਸੋ ਲਿਓ। ਇਹ ਤੁਸੀਂ ਤਾਂ ਪਹੁੰਚ ਗਏ ਬਿਲਕੁਲ ਸਾਰੇ ਸਲਾਮਤ, ਤੇ ਕੀ ਤੁਹਾਨੂੰ ਰਾਹ ਵਿੱਚ ਕਿਸੇ ਨੇ ਰੋਕਿਆ ਨਾ, ਕੋਈ ਨੁਕਸਾਨ ਨਹੀਂ ਹੋਇਆ ਹੈ? ਕਿਮ ਜੰਗ ਭਇਓ ਬਦਨਾਦ ਉਠਿਓ। ਮਹਾਰਾਜ ਕਹਿੰਦੇ ਆਵਾਜ਼ ਤਾਂ ਬੜੀ ਆਉਂਦੀ ਸੀ ਗੋਲੀਆਂ ਚੱਲਣ ਦੀ, ਤੇ ਤੁਸੀਂ ਤਾਂ ਸਲਾਮਤ ਤੁਰੇ ਫਿਰਦੇ ਹੋ। ਪਰਿਵਾਰ ਮਹਾਰਾਜ ਦੇ ਨੂੰ ਪੁੱਛਦੇ ਪਾਤਸ਼ਾਹ ਜੀ ਜਿਹੜੇ ਉੱਥੇ ਨਾਲ ਸਿੱਖ ਸਨ ਵੀ ਆਵਾਜ਼ ਆਉਂਦੀ ਸੀ ਲਲਕਾਰਿਆਂ ਬਕਾਰਿਆਂ ਦੀ, ਗੋਲੀਆਂ ਦੀ ਆਵਾਜ਼, ਜਾਪਦਾ ਸੀ ਜੰਗ ਹੋ ਰਿਹਾ, ਪਰ ਤੁਸੀਂ ਤਾਂ ਬਿਲਕੁਲ ਸਾਫ਼ ਸੁਥਰੇ ਹੋ, ਪਰ ਜੰਗ ਕਿਹਨੇ ਕੀਤਾ ਹੈ? ਕਹੋ ਕੇਤਕ ਸੂਰਨ ਬਿੰਦ ਲੁਠਿਓ। ਤੇ ਕਿਹੜੇ ਕਿਹੜੇ ਸੂਰਮੇ ਜੰਗ ਦੇ ਵਿੱਚ ਲੜੇ, ਤੇ ਕਿਹੜੇ ਸ਼ਹੀਦ ਹੋਏ, ਕਿਹੜੇ ਜ਼ਖਮੀ ਹੋਏ, ਕਿੰਨੇ ਕਿੰਨਿਆਂ ਨੂੰ ਮਾਰਿਆ ਹੈ? ਤਿਨ ਬੀਚ ਹੋਤੇ ਮਤ ਮਾਨ ਮਹਾ। ਜਿਹੜੇ ਫਿਰ ਉਹ ਸਿਆਣੀ ਮੱਤ ਵਾਲੇ ਦਾਨੇ ਬਜ਼ੁਰਗ ਸਨ ਨਾ, ਮਾਤਾਵਾਂ ਦੇ ਡੇਰੇ ਵਿੱਚ ਜਿਹੜੇ ਨਾਲ ਆ ਰਹੇ ਆ, ਸਭ ਜੰਗ ਪ੍ਰਸੰਗ ਸੁਨਾਏ ਕਹਾ। ਉਹਨਾਂ ਫਿਰ ਧੰਨ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਨੂੰ ਜੰਗ ਦਾ ਪ੍ਰਸੰਗ ਸੁਣਾਇਆ। ਮਹਾਰਾਜ ਪੁੱਛਦੇ ਕੌਣ ਹੈ ਪਿੱਛੇ, ਜਾਂ ਮਹਾਰਾਜ ਕਹਿੰਦੇ ਵੀ ਤੁਸੀਂ ਤਾਂ ਚੰਗੇ ਭਲੇ ਹੋ, ਫਿਰ ਜੰਗ ਕਿਹਨੇ ਕੀਤਾ? ਪਾਤਸ਼ਾਹ ਜਾਣਦੇ ਹੀ ਹੈ ਮਹਾਰਾਜ ਤਾਂ। ਤੇ ਇਦਾਂ ਦਾਨੇ ਸਿਆਣੇ ਸਿੱਖਾਂ ਨੇ ਮਹਾਰਾਜ ਨੂੰ ਹੱਥ ਜੋੜ ਬੇਨਤਾ ਕੀਤਾ ਹੈ। ਭਗਤੂ ਸਤ ਸਤਰ ਬਿਲੋਕ ਲਈ। ਮਹਾਰਾਜ ਭਾਈ ਭਗਤੂ ਜੀ ਦਾ ਪੁੱਤਰ ਆ ਗਿਆ ਭਾਈ ਗੌਰਾ, ਜਦੋਂ ਸਾਨੂੰ ਲੁੱਟਮਾਰ ਕਰਨ ਲੱਗੇ,
ਅਚਾਨਕ ਹੀ ਭਾਈ ਭਗਤੂ ਜੀ ਨੇ ਲਿਆ ਉਹਨਾਂ ਦਾ ਅੱਗਾ ਰੋਕਿਆ ਤੇ ਘੇਰ ਲਏ ਸਨ। ਲਲਕਾਰਤ ਨੀਰਜ ਆਨ ਤੇ ਕੀਏ। ਲਲਕਾਰਦਿਆਂ ਹੋਇਆਂ ਭਾਈ ਭਗਤੂ ਜੀ ਨੇ ਸਾਰੇ ਤੁਰਕਾਂ ਦਾ ਨੇੜਾ ਕੀਤਾ, ਜੰਗ ਸ਼ੁਰੂ ਕਰ ਲਿਆ ਸੀ। ਬਰਜੇ ਤਰਜੇ ਬਹੁ ਬਾਰ ਜਬੈ। ਬੜੇ ਵਰਜੇ ਪਹਿਲਾਂ ਵੀ ਨਾ ਇਹ ਕੰਮ ਕਰੋ, ਡੇਰਾ ਨਾ ਲੁੱਟੋ। ਤਾੜੇ ਵੀ ਬੜੇ, ਦਬਕੇ ਦੁਬਕੇ ਵੀ ਬੜੇ ਮਾਰੇ ਭਾਈ ਭਗਤੂ ਦੇ ਪੁੱਤਰ ਗੌਰ ਜੀ ਨੇ ਤੁਰਕਾਂ ਨੂੰ। ਜਦੋਂ ਵਰਜਿਆ ਵੀ, ਰੋਕਿਆ ਵੀ ਤੇ ਸਿੱਧੀ ਤਰ੍ਹਾਂ ਸਮਝਾਇਆ, ਨਾ ਰੁਕੇ ਸਨ। ਨਾ ਮਿਟੇ ਕਰ ਧੋਰ ਪਰੇ ਸੋ ਤਬੈ। ਤੇ ਫਿਰ ਭਾਈ ਭਗਤੂ ਜੀ ਦੇ ਜਿੰਨੇ ਪੁੱਤਰ ਦੇ ਨਾਲ ਦੇ ਜਿੰਨੇ ਸੂਰਮੇ ਸਨ, ਜਦੋਂ ਜਾਣਿਆ ਵੀ ਮਿਟਦੇ ਨਹੀਂ, ਮੁੜਨਗੇ ਨਹੀਂ, ਤਾਂ ਭਾਈ ਭਗਤੂ ਤੇ ਭਾਈ ਗੌਰ ਸਾਲ ਤੇ ਨਾਲ ਦੇ ਸੂਰਮੇ ਟੁੱਟ ਪਏ ਸਨ। ਨਿਜ ਸੂਰਨ ਕੋ ਲਲਕਾਰ ਭਲੋ। ਆਪਣੇ ਸੂਰਮਿਆਂ ਨੂੰ ਚੰਗੀ ਤਰ੍ਹਾਂ ਲਲਕਾਰ ਕੇ ਵੰਗਾਰ ਕੇ ਭਾਈ ਗੌਰ ਸਾਲ ਨੇ ਥਿਰ ਅਗਰ ਭਇਓ ਨਹ ਪੈਰ ਚੱਲੇ। ਤੇ ਸਾਡੇ ਵਿਚਾਲੇ ਆ ਕੇ ਖੜ ਗਏ, ਤੁਰਕਾਂ ਦੇ ਤੇ ਸਾਡੇ ਅੱਗੇ ਆ ਕੇ ਤੇ ਤੁਰਕਾਂ ਦਾ ਅੱਗਾ ਰੋਕ ਲਿਆ। ਸਾਡੇ ਮਗਰ ਨਹੀਂ ਜਾਣ ਦਿੱਤਾ ਪਾਤਸ਼ਾਹ ਜੀ। ਮਹਾਰਾਜ ਇੱਕ ਰੱਤੀ ਮਾਤਰ ਤੁਰਕਾਂ ਦਾ ਪੈਰ ਨਹੀਂ ਫਿਰ ਸਾਡੇ ਪਿੱਛੇ ਪਿਆ ਜਦੋਂ ਗੌਰਸਾਲ ਜੀ ਆ ਗਏ ਸਨ। ਰਣ ਥੰਬ ਮਨੋ ਤਿਸ ਥਾਨ ਖਇਓ। ਪਾਤਸ਼ਾਹ ਜੀ ਮਨ ਨੂੰ ਜੰਗ ਦੇ ਮੈਦਾਨ ਦਾ ਥੰਬਾ ਬਣ ਕੇ ਭਾਈ ਗੌਰਾ ਜੀ ਤੁਰਕਾਂ ਦੇ ਵਿੱਚ ਤੇ ਤੁਹਾਡੇ ਪਰਿਵਾਰ ਦੇ ਵਿੱਚ ਆ ਕੇ ਗੱਜ ਪਏ, ਖੜ ਗਏ ਸਨ ਪੈਰ ਗੱਡ ਕੇ। ਤੁਰਕਾਨ ਬਿਲੋਕਤ ਜੋਹਰ ਕਰਿਓ। ਜਦੋਂ ਤੁਰਕਾਂ ਵੇਖਿਆ ਵੀ ਸਾਨੂੰ ਪਰਿਵਾਰ ਦੀ ਲੁੱਟਮਾਰ ਕਰਨ ਤੋਂ ਕੋਈ ਰੋਕਦਾ ਹੈ, ਤਾਂ ਤੁਰਕਾਂ ਨੇ ਵੀ ਵੰਗਾਰ ਕੇ ਲਲਕਾਰ ਕੇ ਜੰਗ ਸ਼ੁਰੂ ਕਰ ਦਿੱਤਾ ਜੀ। ਤਬ ਮਾਰਤ ਫੰਗਨ ਹੋਣ ਲੱਗੀ। ਤਾਂ ਇੱਧਰ ਭਾਈ ਗੌਰ ਸਾਲ ਦੇ ਸੂਰਮਿਆਂ ਵੱਲੋਂ ਗੋਲੀਆਂ ਬੰਦੂਕਾਂ ਵਿੱਚੋਂ ਕੱਢ ਕੱਢ ਜਾਂ ਮਾਰਦਿਆਂ ਭਾਰੀ ਮਾਰ, ਗੋਲੀ ਸਿੱਕਾ ਪਾ ਪਾ ਕੇ ਠੋਕਦੇ ਮਾਰਦੇ ਹੈ ਤੇ ਦੋ ਪਾਸਿਓਂ ਬੰਦੂਕਾਂ ਦੀ ਮਾਰ ਹੋਈ ਹੈ। ਬਹੁ ਜੰਗ ਮਚਿਓ ਰਿਸ ਪੂਰ ਜਗੀ। ਪਾਤਸ਼ਾਹ ਜੀ ਜਾਨੀ ਜਾਣੋ ਮਹਾਰਾਜ, ਬਹੁਤ ਭਾਰੀ ਜੰਗ ਦੋ ਤਰਫਾਂ ਤੋਂ ਹੋਇਆ। ਭਾਈ ਗੌਰ ਸਾਲ ਦੇ ਸੂਰਮੇ ਵੀ ਬੜੇ ਗੁੱਸੇ ਸਨ ਤੇ ਦੂਜੇ ਪਾਸੇ ਤੁਰਕਾਂ ਨੂੰ ਵੀ ਬੜਾ ਗੁੱਸਾ ਚੜਿਆ ਸੀ। ਸਭ ਰੋਕ ਰਖੇ ਹਤ ਛਤਰ ਤਹਾਂ। ਮਹਾਰਾਜ ਭਾਈ ਗੌਰ ਸਾਲ ਨੇ ਸਾਡੇ ਪਿੱਛੇ ਨਹੀਂ ਆਉਣ ਦਿੱਤਾ ਕਿਸੇ ਨੂੰ ਵੀ, ਸਾਰੇ ਤੁਰਕਾਂ ਨੂੰ ਉੱਥੇ ਰੋਕ ਕੇ ਰੱਖਿਆ ਸੀ। ਨਹ ਆਵਨ ਦੀਨ ਬਹੀਰ ਜਹਾਂ। ਤੇ ਆਪ ਜੀ ਦਾ ਵਹੀਰ ਸੁੱਖ ਨਾਲ ਇੱਥੇ ਪਹੁੰਚ ਗਿਆ, ਸੁਖੀ ਸੰਦੀ। ਕਿਸੇ ਇੱਕ ਤੁਰਕ ਨੂੰ ਵੀ ਮਹਾਰਾਜ ਇਧਰਲੇ ਪਾਸੇ ਆਉਣਾ ਤੱਕ ਹੀ ਭਾਈ ਗੌਰੇ ਨੇ ਵੇਖਣ ਤੱਕ ਨਹੀਂ ਦਿੱਤਾ ਹੈ। ਤਰਵਾਰਨ ਕੇਸ ਪ੍ਰਹਾਰ ਕਰੀ। ਤੇ ਜਿਹੜੇ ਮਗਰ ਆਪ ਜੀ ਕੇ ਪਰਿਵਾਰ ਦੇ ਲੁੱਟਮਾਰ ਦੀ ਮਨਸ਼ਾ ਕਰਕੇ ਡੇਰੇ ਨੂੰ ਤੇ ਪਿੱਛੇ ਤੁਰੇ, ਭਾਈ ਗੌਰ ਸਾਲ ਜੀ ਨੇ ਕਿਸੇ ਨੂੰ ਨਾਲ ਨਹੀਂ ਰਲਣ ਦਿੱਤਾ। ਅੱਗੇ ਵੱਧ ਵੱਧ ਕੇ ਸਾਰਿਆਂ ਦੇ ਸਿਰ ਵੱਢ ਵੱਢ ਕੇ ਮਾਰਿਆ ਹੈ। ਗਨ ਸਤਰ ਮਰੇ ਅਗਵਾਨ ਲਰੇ। ਪਾਤਸ਼ਾਹ ਜੀ ਬੜੇ ਬੜੇ ਸੂਰਮੇ ਮਾਰੇ ਗਏ ਆ ਭਾਈ ਗੌਰ ਸਾਲ ਦੇ ਹੱਥੋਂ। ਕਹਿੰਦੇ ਕਹਾਉਂਦੇ ਸੂਰਮੇ ਆਪਦੀ ਜਾਨ ਤੋਂ ਹੱਥ ਧੋ ਬੈਠੇ, ਜਿਹੜੇ ਅੱਗੇ ਹੋ ਕੇ ਲੜੇ ਸਨ। ਬਹੁ ਘਰ ਰਹੇ ਬਲ ਆਵਨ ਕੋ। ਬੜਾ ਬਲ ਪਾਉਂਦੇ ਸੀ ਵੀ ਅਸੀਂ ਗੁਰੂ ਕੇ ਡੇਰਾ ਲੁੱਟਣਾ। ਮਹਾਰਾਜ ਮਗਰ ਤੁਰਨ ਦੀ ਕੋਸ਼ਿਸ਼ ਤਾਂ ਕਰਦੇ ਰਹੇ, ਪਰ ਭਾਈ ਗੌਰ ਸਾਲ ਦੇ ਅੱਗੇ ਕੋਈ ਇਹਨਾਂ ਦੀ ਪੇਸ਼ ਨਹੀਂ ਗਈ ਹੈ। ਤਿਹ ਥਾਨ ਰਖੇ ਕਰ ਘਾਵਨ ਕੋ। ਭਾਈ ਗੌਰ ਜੀ ਨੇ ਇੱਕੇ ਥਾਂ ਤੇ ਰੋਕ ਛੱਡੇ। ਜੰਗ ਦਾ ਮੈਦਾਨ ਐਸਾ ਮੰਡਿਆ, ਘਾਵ ਮਾਰ ਮਾਰ ਕੇ ਪਿੱਛੇ ਤੁਰਦਿਆਂ ਨੂੰ ਮੋੜ ਲਿਆਉਂਦੇ ਐ। ਵਸਤੂ ਨ ਗਈ ਨਹ ਤਰਾਸ ਭਇਓ। ਨਾ ਫਿਰ ਮਹਾਰਾਜ ਸਾਨੂੰ ਕਾਹਦਾ ਡਰ, ਜਦੋਂ ਭਾਈ ਗੌਰਾ ਜੀ ਆਏ ਹੋਏ, ਨਾ ਤਾਂ ਮਹਾਰਾਜ ਇੱਥੋਂ ਤਾਂ ਸੂਈ ਨਹੀਂ ਹਿੱਲੀ ਤੁਹਾਡੇ ਡੇਰੇ ਚੋਂ, ਤੇ ਨਾ ਹੀ ਕਿਸੇ ਦੀ ਜਾਨ ਗਈ ਹੈ। ਪਹੁੰਚੇ ਚਲ ਬੰਧ ਆਨੰਦ ਕੀਓ। ਤੇ ਅਸੀਂ ਤਾਂ ਆਨੰਦ ਨਾਲ ਮਹਾਰਾਜ ਆਏ, ਕੋਈ ਅਸੀਂ ਕਾਲੀ ਵੀ ਨਹੀਂ ਕੀਤੀ ਵੀ ਪਿੱਛੇ ਤੁਰਕ ਫਿਰਦੇ। ਸਾਨੂੰ ਪਤਾ ਸੀ ਗੌਰਾ ਆ ਗਿਆ। ਤੇ ਪਾਤਸ਼ਾਹ ਜੀ ਭਾਈ ਗੌਰ ਸਾਲ ਨੇ ਉੱਥੇ ਜੰਗ ਮਚਾਇਆ। ਅਸੀਂ ਬਹੁਤ ਆਨੰਦ ਨਾਲ, ਸੂਈ ਤੱਕ ਨਹੀਂ ਹਿੱਲੀ ਜਾਣ ਜਾਣੀ ਦੂਰ ਦੀ ਗੱਲ ਪਾਤਸ਼ਾਹ, ਬਹੁਤ ਆਨੰਦ ਨਾਲ ਚਿੰਤਾ ਛੱਡ ਕੇ ਅਸੀਂ ਤੁਹਾਡੇ ਤੱਕ ਪਹੁੰਚੇ ਹਾਂ। ਤੁਮ ਆਪ ਸਹਾਇਕ ਹੋਏ ਰਹੇ। ਸਾਰੀ ਗੱਲ ਤਾਂ ਇਹ ਪਾਤਸ਼ਾਹ ਜੀ ਵੀ ਤੁਸੀਂ ਸਿੱਖਾਂ ਦੀ ਸਹਾਇਤਾ ਕਰਦੇ ਹੋ, ਭਾਵੇਂ ਕਿਸੇ ਰੂਪ 'ਚ ਵੀ ਕਰੋ। ਆਪ ਜੀ ਨੇ ਮਹਾਰਾਜ ਕਿਰਪਾ ਕੀਤੀ, ਭਾਈ ਗੌਰ ਸਾਲ ਦੇ ਰੂਪ ਵਿੱਚ ਮਹਾਰਾਜ ਸਾਡੀ ਸਹਾਇਤਾ ਕੀਤੀ ਹੈ। ਭਗਤੂ ਸਤ ਵੀਰ ਬਿਲੰਦ ਅਹੇ। ਕਿਉਂਕਿ ਜਿਹੜੇ ਭਾਈ ਭਗਤੂ ਜੀ ਆ ਨਾ ਮਹਾਰਾਜ, ਇਹਨਾਂ ਦੇ ਪੁੱਤਰ ਗੌਰਾ ਜੀ, ਪਾਤਸ਼ਾਹ ਜੀ ਸੱਚ ਜਾਣੋ ਅਸੀਂ ਅੱਖੀ ਵੇਖਿਆ ਬੜੇ ਭਾਰੀ ਸੂਰਮੇ ਹਨ। ਡਰਹੀਨ ਰਲਿਓ ਤੁਰਕਾਨ ਹਤੇ। ਰੱਤੀ ਮਾਤਰ ਮੌਤ ਦਾ ਭੈ ਨਹੀਂ ਰੱਖਦੇ ਤੇ ਬੜੇ ਤੁਰਕਾਂ ਨੂੰ ਮਾਰੇ, ਅੱਗੇ ਵੱਧ ਵੱਧ ਕੇ ਸੂਰਮਿਆਂ ਵਾਂਗਰਾਂ ਲੜੇ ਐ। ਬਹੁ ਸਤਰ ਹੋਤੇ ਪਰ ਲੀਨ ਫਤੇ। ਬੜੇ ਦੁਸ਼ਮਣ ਸੀ ਪਾਤਸ਼ਾਹ ਜੀ, ਪਰ ਭਾਈ ਗੌਰਾ ਜੀ ਨੇ ਇੱਕ ਨਹੀਂ ਕਰਨ ਦਿੱਤੀ ਕਿਸੇ ਨੂੰ। ਸਾਰਿਆਂ ਨੂੰ ਮਾਰ ਕੇ ਮੌਤ ਦੇ ਘਾਟ ਲੰਘਾ ਦਿੱਤਾ। ਕੁਝ ਭੱਜ ਗਏ ਹਨ। ਜਬ ਲੋ ਲੰਘੇ ਸਭ ਆਏ ਗਏ। ਜਦ ਤੱਕ ਮਹਾਰਾਜ ਅਸੀਂ ਲੰਘ ਕੇ ਗਏ ਨਾ, ਜਬ ਲੋ ਲੜਤੇ ਥਿਤ ਹੋਤ ਭਏ, ਉਹਨਾਂ ਸਮਾਂ ਖੜੇ ਰਹੇ, ਲੜਦੇ ਪੈਰ ਪਿੱਛੇ ਨਾ ਮਹਾਰਾਜ ਪੱਟੇ ਭਾਈ ਗੌਰ ਸਾਲ ਨੇ। ਤੇ ਜਦੋਂ ਜਾਣ ਲਿਆ ਵੀ ਅਸੀਂ ਆ ਗਏ ਇੱਥੇ ਤੁਹਾਡੇ ਕੋਲ, ਇਸੇ ਤਰ੍ਹਾਂ ਜੀ ਤਬ ਲੋ ਲੜਤੇ ਥਿਤ ਹੋਤ ਭਏ। ਉਹਨਾਂ ਸਮਾਂ ਲੜਦੇ ਲੜਦੇ ਮਹਾਰਾਜ ਇੱਥੇ ਟਿਕੇ ਰਹੇ। ਭਾਵ ਜਿੰਨਾ ਸਮਾਂ ਅਸੀਂ ਜੰਗ ਦੇ ਮੈਦਾਨ ਚੋਂ ਛੱਡ ਕੇ ਇੱਧਰ ਆ ਰਹੇ ਸੀ ਨਾ ਤੁਹਾਡੇ ਪਾਸ, ਤਾਂ ਭਾਈ ਗੌਰ ਸਾਲ ਜੀ ਉਹਨਾਂ ਨੂੰ ਰੋਕਦਿਆਂ ਹੋਇਆਂ
ਲੜਦੇ ਸਾਡੇ ਅਸੀਂ ਆਪ ਵੇਖੇ ਆ। ਜਬ ਜਾਨ ਲਈ ਸੁਖ ਸੰਗ ਸਬੈ। ਜਦੋਂ ਭਾਈ ਗੌਰਸਾਲ ਨੇ ਜਾਣ ਲਿਆ ਵੀ ਹੁਣ ਗੁਰੂ ਕਾ ਪਰਿਵਾਰ ਸੁਖੀ ਸਾਂਦੀ ਅੱਗੇ ਪਹੁੰਚ ਜਾਏਗਾ, ਪਹੁੰਚੇ ਗੁਰ ਧੀਰ ਚੱਲਿਓ ਸੋ ਤਬੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਤੁਰ ਪਿਆ ਉੱਥੋਂ। ਸੁਣਿਆ ਅਸੀਂ ਵੀ ਭਾਈ ਗੌਰਸਾਲ ਤੁਹਾਡੇ ਪਾਸ ਜਿਹੜਾ ਹੈ ਆ ਰਿਹਾ ਹੈ। ਅਥਵਾ ਸਾਧ ਸੰਗਤ ਜੀ ਉਹ ਸੂਰਮੇ ਸਿੱਖਾਂ ਨੇ ਜਾਂ ਜਿਹੜੇ ਨਾਲ ਦੇ ਦਾਸ ਸੀ ਉਹਨਾਂ ਨੇ ਦੱਸਿਆ, ਮਹਾਰਾਜ ਭਾਈ ਗੌਰਸਾਲ ਨੇ ਜੋ ਕੀਤਾ ਪਾਤਸ਼ਾਹ ਜੀ ਬੜੀ ਆਪ ਦੀਆਂ ਕਿਰਪਾ ਕੀਤੀ, ਸਿੱਖਾਂ ਦੀ ਆਪ ਜੀ ਲਾਜ ਪਾਤ ਰੱਖਦੇ ਹੋ ਮਹਾਰਾਜ, ਸਾਡੇ ਤੇ ਵੀ ਕਿਰਪਾ ਕੀਤੀ ਹੈ। ਤਾਂ ਇਹ ਦਰਸਾਲ ਸਿੰਘ ਜਦੋਂ ਭਾਈ ਗੌਰਸਾਲ ਫਿਰੇ, ਸਿੱਖਾਂ ਨੇ ਗੁਰੂ ਹਰਿਰਾਏ ਸਾਹਿਬ ਨੂੰ ਦੱਸਿਆ ਜਿੱਥੇ ਭਾਈ ਗੌਰਸਾਲ ਜੀ ਹੁਣ ਲੜ ਰਹੇ ਹੈ। ਤੁਰਕ ਪਿਛਾਂ ਹਟ ਗਏ ਤੇ ਭਾਈ ਗੌਰਾ ਜੀ ਇੱਕ ਕੋਹ ਤੇ ਸਾਧ ਸੰਗਤ ਜੀ ਡੇਰਾ ਪਾਇਆ ਹੋਇਆ ਸੀ। ਤੇ ਇੱਦਾਂ ਫਿਰ ਮਨ ਦੇ ਵਿੱਚ ਇੱਛਾ ਸੀ ਵੀ ਅਸੀਂ ਜਾਈਏ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਤੋਂ ਕਰਕੇ ਆਈਏ। ਤਾਂ ਮਹਾਰਾਜ ਅੱਗੇ ਅੱਗੇ ਤੁਰੇ ਜਾਂਦੇ ਸੀ ਤੇ ਭਾਈ ਗੌਰਸਾਲ ਜੀ ਇਸੇ ਤਰ੍ਹਾਂ ਪਿੱਛੇ ਤੁਰੇ ਜਾਂਦੇ ਹਨ। ਨਾ ਜਾਏ ਤਾਰੀਫ ਕਰੀ ਤਿਸ ਕੀ। ਤੇ ਉਹ ਸਿੱਖ ਕਹਿੰਦਾ, ਮਹਾਰਾਜ ਵੀ ਭਾਈ ਗੌਰੇ ਦੀ ਤਾਰੀਫ ਅਸੀਂ ਕੀ ਦਸੀਏ ਪਾਤਸ਼ਾਹ। ਠੀਕ ਹੈ ਮਹਾਰਾਜ, ਤੁਹਾਡੇ ਘਰੋਂ ਸਰਾਫਿਆ ਤਾਂ ਹੋਇਆ ਹੈ, ਉਹ ਮਹਾਰਾਜ ਤੁਹਾਡੀ ਮੌਜ ਹੈ, ਪਰ ਜਿਹੜਾ ਭਾਈ ਗੌਰਸਾਲ ਦਾ ਅੱਜ ਅਸੀਂ ਕੌਤਕ ਵੇਖ ਕੇ ਆਏ ਹਾਂ ਪਾਤਸ਼ਾਹ ਜੀ, ਜਾਣ ਦੀ ਰੱਤੀ ਮਾਤਰ ਪ੍ਰਵਾਹ ਨਹੀਂ ਕੀਤੀ। ਇੰਨਾ ਪ੍ਰੇਮ ਕਰਦਾ ਆਪ ਜੀ ਕੇ ਚਰਨਾਂ ਨੂੰ, ਪਰਿਵਾਰ ਨੂੰ, ਡੇਰੇ ਨੂੰ, ਸਾਰੇ ਸਿੱਖਾਂ ਨੂੰ, ਵੀ ਆਪਦੇ ਜਾਣ ਦੀ ਪ੍ਰਵਾਹ ਨਾ ਕੀਤੀ। ਤਾਂ ਮਹਾਰਾਜ ਪਾਤਸ਼ਾਹ ਜੀ ਕੀ ਸਿਫਤ ਕਰੀ ਐਸਾ ਸੂਰਮਾ, ਐਸਾ ਜਰਨੈਲ ਹੈ ਭਾਈ ਗੌਰਸਾਲ। ਹਤ ਬ੍ਰਿੰਦ ਸਹਾਏ ਨਹੀਂ ਕਿਸ ਕੀ। ਮਹਾਰਾਜ ਪਾਤਸ਼ਾਹ ਜੀ ਕਿਸੇ ਦੀ ਸਹਾਇਤਾ ਨਹੀਂ ਲਈ। ਫਿਰ ਇੱਕ ਵਾਰੀ ਨਹੀਂ ਆਖਿਆ ਵੀ ਮਹਾਰਾਜ ਦੀ ਫੌਜ ਨੂੰ ਪਿੱਛੇ ਮੋੜ ਕੇ ਲਿਆਓ, ਅਸੀਂ ਥੋੜ੍ਹੇ ਹਾਂ। ਕੱਲਿਆਂ ਨਹੀਂ ਮਹਾਰਾਜ 300 ਜਰਨੈਲ ਨਾਲ ਲੈ ਕੇ ਤੇ ਆਪਦੇ ਬਲ ਦੇ ਨਾਲ ਡੌਲਿਆਂ ਦੇ ਤੇ ਪੈਰਾਂ ਭਾਰੀ ਲੜੇ, ਵੀ ਆਪਦੇ ਹੀ ਬਲ ਨਾਲ ਲੜੇ ਆ, ਕਿਸੇ ਹੋਰ ਦੀ ਸਹਾਇਤਾ ਨਹੀਂ ਮੰਗੀ ਹੈ। ਗੁਰ ਹੇਤ ਸਰੀਰ ਨਾ ਪਿਆਰ ਧਰਿਓ। ਪਾਤਸ਼ਾਹ ਜੀ ਤੁਹਾਡੇ ਨਾਲ ਇੰਨਾ ਪ੍ਰੇਮ ਆ ਭਾਈ ਗੌਰਸਾਲ ਦਾ, ਕਿ ਤੁਹਾਡੇ ਪ੍ਰੇਮ ਦੇ ਸਦਕਾ ਮਹਾਰਾਜ ਆਪਦੇ ਸਰੀਰ ਦਾ ਵੀ ਮੋਹ ਨਾ ਕੀਤਾ, ਜੰਗ ਦੇ ਮੈਦਾਨ ਵਿੱਚ ਸਰੀਰ ਦਾ ਮੋਹ ਛੱਡ ਕੇ ਲੜਿਆ ਹੈ। ਪਟ ਥੋਰ ਲੀਏ ਬਹੁ ਸੰਗ ਲੜਿਓ। ਤੇ ਜਾਣਦੇ ਸੀ ਥੋੜੇ ਸੂਰਮੇ, ਪਰ ਬਿਲਕੁਲ 300 ਬੰਦਾ ਨਾਲ ਲੈ ਕੇ ਜਰਨੈਲ, ਤੇ ਵੇਖੋ ਕਿੱਡੀ ਵੱਡੀ ਫੌਜ ਨਾਲ ਭਿੜ ਗਿਆ ਹੈ। ਤਮ ਹੋਤ ਭਏ ਪਿਖ ਛਤਰ ਹਟੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਦਾਂ ਭਾਈ ਗੌਰਸਾਲ ਨੇ ਜੰਗ ਕੀਤਾ, ਹਨੇਰਾ ਪੈ ਗਿਆ ਇੰਨੇ ਚਿਰ ਨੂੰ, ਤਾਂ ਵੇਖਿਆ ਸੀ ਜਿਹੜੇ ਕੋ ਤੁਰਕ ਸਾਨੂੰ ਸਾਰੇ ਪਿਛਾਂ ਮੁੜ ਗਏ ਜੀ। ਤਜ ਦੂਰ ਗਏ ਤਬ ਇਹੋ ਮਿਟੇ। ਤੇ ਮਹਾਰਾਜ ਇਸੇ ਤਰ੍ਹਾਂ ਫਿਰ ਉਹ ਅਸੀਂ ਜਿਹੜੇ ਨਾ ਭਾਟ ਜਿਹੜੇ ਆ ਥੋੜੇ ਸੀਗੇ ਭਾਈ ਗੌਰਸਾਲ ਦੇ, ਪਰ ਹਨੇਰਾ ਪੈਣ ਕਰਕੇ ਤੁਰਕ ਡਰਦੇ ਪਿਛਾਂ ਚਲੇ ਗਏ ਮਹਾਰਾਜ। ਇਹ ਸਾਰਾ ਕੁਝ ਅਸੀਂ ਵੇਖਿਆ ਹੈ ਜੀ। ਅਬ ਧੁੰਦਬ ਬਾਵਤ ਆਵਤ ਭਾ। ਤੇ ਮਹਾਰਾਜ ਹੁਣ ਪਤਾ ਲੱਗਿਆ ਵੀ ਭਾਈ ਗੌਰਸਾਲ ਇੱਧਰ ਹੀ ਆਉਂਦਾ ਪਿਆ, ਤੁਹਾਡੇ ਪਿੱਛੇ ਅਜੇ ਵੀ ਨਹੀਂ ਮੁੜਿਆ ਮਹਾਰਾਜ, ਨਗਾਰੇ ਧੌਂਸੇ ਵਜਾਉਂਦਾ ਆਪ ਜੀ ਦੇ ਪਿੱਛੇ ਆ ਰਿਹਾ ਹੈ। ਹੋਏ ਦੂਰ ਸੋ ਢੇਰ ਲਗਾਵਤ ਭਾ। ਤੇ ਉਹਦਾ ਜਿਵੇਂ ਉਹਨੇ ਪਰਨ ਕੀਤਾ ਵੀ ਤੁਹਾਡੇ ਮੱਥੇ ਵੀ ਨਹੀਂ ਲੱਗਦਾ ਪਿਆ, ਇੱਕ ਕੋ ਡੇਰਾ ਪਿਛਾਂ ਪਾ ਲੈਂਦਾ, ਜਿੱਥੇ ਹੁਣ ਤੁਸੀਂ ਰੁਕੇ ਹੋ ਮਹਾਰਾਜ ਪਹਿਲਾਂ ਤਾਂ ਪਿੱਛੇ ਤੁਰਿਆ ਆ, ਆਪ ਜੀ ਰੁਕ ਗਏ ਤੇ ਉਹਨੇ ਵੀ ਇੱਥੋਂ ਕੋਹ ਦੀ ਵਿੱਥ ਤੇ ਆਪਦਾ ਡੇਰਾ ਡਾਲਿਆ ਹੈ। ਸੁਨ ਸ੍ਰੀ ਹਰਿ ਰਾਏ ਪ੍ਰਸੰਨ ਭਏ। ਜਦੋਂ ਜੰਗ ਦਾ ਸਾਰਾ ਖਾਲਸਾ ਜੀ ਵਚਨ ਸੁਣਿਆ ਨਾ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ, ਤੇ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ ਹਨ। ਨਿਜ ਸਿੱਖ ਮਹਾਨ ਸੋ ਜਾਣ ਲਏ। ਤੇ ਜਾਣਿਆ ਵੀ ਭਾਈ ਗੌਰਸਾਲ ਸਾਡਾ ਭਾਰੀ ਮਹਾਨ ਸਿੱਖ ਹੈ ਜੀ। ਤਤਕਾਲ ਪਠਾਵਨ ਦਾਸ ਕਰਿਓ। ਮਹਾਰਾਜ ਨੇ ਫਿਰ ਇੱਕ ਸਿੱਖ ਨੂੰ, ਜਿੱਥੇ ਭਾਈ ਗੌਰਸਾਲ ਕੋਹ ਤੇ ਬੈਠਾ ਹੋਇਆ, ਇੱਕ ਸਿੱਖ ਨੂੰ ਸੁਨੇਹਾ ਦੇ ਕੇ ਭੇਜਿਆ ਹੈ। ਤਿਹ ਲਿਆਓ ਹਕਾਰ ਵਿਸਾਲ ਲੜਿਓ। ਮਹਾਰਾਜ ਕਹਿੰਦੇ ਜਾਓ ਭਾਈ ਗੌਰੇ ਨੂੰ ਸਾਡੇ ਪਾਸ ਇੱਥੇ ਸੱਦ ਕੇ ਲਿਆਓ ਛੇਤੀ ਦੇ ਨਾਲ। ਅਪਰਾਧ ਕਰਿਓ ਬਖਸ਼ੈ ਸਭ ਹੋ। ਤੇ ਉਹਨੂੰ ਕਹੋ ਵੀ ਤੇਰੇ ਜਾ ਇੱਥੇ ਇਹਨੂੰ ਭਾਈ ਗੌਰੇ ਨੂੰ ਸਾਡੇ ਕੋਲ ਲੈ ਕੇ ਆਓ, ਤੇ ਜਿਹੜੇ ਉਹਨੇ ਅਪਰਾਧ ਕੀਤਾ ਭਾਈ ਜੱਸੇ ਨੂੰ ਮਾਰਨ ਦਾ, ਉਹਦਾ ਦਿੱਤਾ ਸਰਾਫ ਅਸੀਂ ਹੁਣ ਬਖਸ਼ਦੇ ਹਾਂ। ਮਹਾਰਾਜ ਪ੍ਰਸੰਨ ਹੋਏ। ਸਤਿਗੁਰੂ ਕਹਿੰਦੇ ਲਿਆਓ ਭਾਈ ਗੌਰਸਾਲ ਨੂੰ ਸਾਡੇ ਕੋਲ। ਉਹਨੂੰ ਕੋਲ ਤੇ ਲਿਆ, ਤੇਰੇ ਗੌਰਿਆ ਸਾਰੇ ਦਿੱਤੇ ਸਰਾਫ ਬਦ ਜਿਹੜੇ ਨਾਸ਼ ਕਰ ਦਿੰਦੇ ਹਾਂ। ਦੁਖ ਬ੍ਰਿੰਦਨ ਤੇ ਛੁਟਕੈ ਅਬ ਹੋ। ਤੇ ਜਿਹੜੇ ਦੁੱਖ ਰੂਪ ਅਸੀਂ ਸਰਾਫ ਦਿੱਤੇ ਉਹ ਸਾਰੇ ਦੁੱਖਾਂ ਤੋਂ ਅੱਜ ਉਹਨੂੰ ਛੁਡਾ ਦਿੰਦੇ ਹਾਂ। ਸੁਨ ਆਇਸ ਸੇਵਕ ਧਾਏ ਗਇਓ। ਸੁਣ ਕੇ ਗੁਰੂ ਕਾ ਸਿੱਖ ਘੋੜਾ ਦੜਾਉਂਦਾ ਭਾਈ ਗੌਰਸਾਲ ਦੇ ਡੇਰੇ ਪਹੁੰਚਿਆ ਹੈ। ਗੁਰ ਬਾਕ ਸੁਨਾਵਨ ਤਾਹੇ ਕੀਓ। ਤੇ ਸਤਿਗੁਰੂ ਦਾ ਬਚਨ ਜਿਹੜਾ ਸਿੱਖ ਸੁਨੇਹਾ ਲੈ ਕੇ ਆਇਆ, ਉਹਨੇ ਸਾਰਾ ਭਾਈ ਗੌਰੇ ਨੂੰ ਸੁਣਾਇਆ ਹੈ। ਭਗਤੂ ਸਤ ਹੱਥਨ ਬੰਦ ਭਲੇ। ਭਾਈ ਭਗਤੂ ਜੀ ਦੇ ਪੁੱਤਰ ਭਾਈ ਗੌਰਸਾਲ ਨੇ ਹੱਥ ਜੋੜ ਲਏ ਮਹਾਰਾਜ ਦਾ ਬਚਨ ਸੁਣ ਕਰਕੇ, ਸੁਨੇਹਾ ਸੁਣ ਕੇ ਵੀ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਸੱਦਿਆ ਹੈ। ਅਬੇ ਬੰਧਨ ਕੀਨ ਤਹਾਂ ਸੁਖ ਲੇ। ਤੇ ਉੱਥੇ ਖੜੇ ਖਲੋਤੇ ਹੀ ਭਾਈ
ਗੌਰ ਜੀ ਨੇ ਸਾਧ ਸੰਗ ਦੀ ਧਰਤੀ ਤੇ ਮੱਥਾ ਲਾ ਕੇ ਤੇ ਦੋਵੇਂ ਹੱਥ ਭੋਏ ਲਾ ਕੇ ਅਸ਼ਟਾਂਗ ਬੰਦਨਾ ਕੀਤੀ ਹੈ। ਕਹਿ ਤੂੰ ਚੱਲ ਮੈਂ ਪੁਨ ਆਪ ਤਹੋਂ। ਆਖਿਆ ਵੀ ਸਿੱਖਾ ਧੰਨਵਾਦ ਤੇਰਾ, ਤੇ ਸਤਿਗੁਰੂ ਨੂੰ ਕਹੋ ਵੀ ਮਹਾਰਾਜ ਗੌਰਾ ਆਉਂਦਾ ਪਿਆ ਤੇ ਤੂੰ ਚੱਲ ਤੇ ਮੈਂ ਹੱਲੇ ਨਾਲ ਹੀ ਤੇਰੇ ਪਿੱਛੇ ਆਉਂਦਾ ਹਾਂ। ਨਿਜ ਸੂਰਨ ਡਰ ਲਗਾਵਤ ਹੋ। ਤੇ ਮੈਂ ਆਪਦੇ ਸੂਰਮੇ ਜਿਹੜੇ ਜਿੰਨੇ ਆ ਫੌਜ ਆਈ ਹੋਈ ਹੈ ਇਹਨਾਂ ਦਾ ਡੇਰਾ ਮੜਾ ਜਾ ਪਵਾ ਲਈਏ ਇੱਥੇ, ਤੇ ਇਸੇ ਕਰਕੇ ਆ ਜਿਹੜਾ ਨਾ ਡੇਰਾ ਇਹਨਾਂ ਦਾ ਲਗਾ ਲਈਏ, ਇਹਨਾਂ ਨੂੰ ਬਹਾ ਲਈਏ, ਟਿਕਾ ਲਈਏ, ਤੇ ਮਹਾਰਾਜ ਨੂੰ ਆਖੋ ਮੈਂ ਹੁਣੇ ਆ ਗਿਆ ਹਾਂ। ਤਨ ਘਾਇਲ ਸ਼੍ਰੋਣ ਸੰਭਾਵਤ ਹੋ। ਫਿਰ ਆ ਮਾੜੇ ਮੋਟੇ ਸਾਡੇ ਜਿਹੜੇ ਸੂਰਮਿਆਂ ਨੂੰ ਫੱਟ ਲੱਗੇ ਨਾ ਸਿੱਖਾ, ਉਹਨੂੰ ਮਲਮ ਪੱਟੀ ਕਰ ਲਈਏ, ਤੇ ਬਸ 2-4 ਘੜੀਆਂ 'ਚ ਮੈਂ ਮਹਾਰਾਜ ਕੋਲ ਪਹੁੰਚਦਾ ਹਾਂ। ਮ੍ਰਿਤ ਬਾਕਨ ਕਰ ਬਤਾਵਤ ਹੋ। ਤੇ ਮਹਾਰਾਜ ਨੂੰ ਮੈਂ ਨਾ ਬੇਨਤੀਆਂ ਕਰਾਂਗਾ ਤੇ ਆਪ ਜੀ ਪਹੁੰਚੋ ਗੁਰੂ ਕੇ ਸਿੱਖ, ਤੇ ਮੈਂ ਬਹੁਤ ਛੇਤੀ ਸਿੱਖਾਂ ਦੀ ਮਲਮ ਪੱਟੀ ਕਰਕੇ ਤੇ ਆਪਦੇ ਜ਼ਖਮੀਆਂ ਨੂੰ ਸੰਭਾਲ ਕੇ ਮਹਾਰਾਜ ਕੋਲ ਆਉਂਦਾ ਹਾਂ। ਸੁਨ ਸੇਵਕ ਬਾਜ ਤਬਾਈ ਗਇਓ। ਤੇ ਫਿਰ ਮਹਾਰਾਜ ਨੂੰ ਮੈਂ ਸਾਰਾ ਮੁੱਖੋਂ ਵਾਕ ਸੁਣਾਵਾਂਗਾ ਜਿਹੜਾ ਹੋਇਆ ਹੈ ਨਾ ਇਹ ਜੰਗ ਦਾ ਮੈਦਾਨ, ਮੈਂ ਮੂੰਹ ਨਾਲ ਆਪ ਸੁਣਾਵਾਂਗਾ ਮਹਾਰਾਜ ਨੂੰ। ਤੋ ਇਦਾਂ ਜਿਹੜੋ ਸਿੱਖ ਨੇ ਸਾਧ ਸੰਗਤ ਜੀ ਬਚਨ ਸੁਣਿਆ ਭਾਈ ਗੌਰਸਾਲ ਜੀ ਦਾ। ਜਿਮ ਗੌਰ ਕਹਿਓ ਜੋ ਸੁਨਾਈ ਦਇਓ। ਤੇ ਉਹ ਦੌੜਿਆ ਘੋੜਾ ਲੈ ਕੇ ਤੇ ਗੁਰੂ ਹਰਿ ਰਾਇ ਸਾਹਿਬ ਦੇ ਡੇਰੇ ਆਇਆ। ਜੋ ਭਾਈ ਗੌਰੇ ਨੇ ਮੁੱਖੋਂ ਆਖਿਆ ਸਿੱਖ ਨੇ ਸਭ ਸੁਣਾ ਦਿੱਤਾ ਪਾਤਸ਼ਾਹ ਨੂੰ। ਗੁਰ ਫੇਰ ਪਠਾਵਨ ਕੀਨ ਤਬੈ। ਮਹਾਰਾਜ ਨੂੰ ਹੁਣ ਸਤਿਗੁਰੂ ਦਾ ਮਨ ਕਾਹਲਾ ਪੈਂਦਾ ਵੀ ਹੁਣ ਗੌਰਸਾਲ ਛੇਤੀ ਆ ਜੇ ਇਹਨੂੰ ਬਖਸ਼ ਦਈਏ। ਮਹਾਰਾਜ ਕਹਿੰਦੇ ਨੇ ਉਹਨੂੰ, ਫਿਰ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਨੂੰ ਕਹਿੰਦੇ, ਸਿੱਖ ਕਹਿੰਦਾ ਮਹਾਰਾਜ ਉਹ ਜ਼ਖਮੀਆਂ ਦੀ ਮਲਮ ਪੱਟੀ ਕਰਦੇ ਪਏ ਤੇ ਬਸ ਕੁਝ ਸਮੇਂ 'ਚ ਹੀ ਆ ਜਾਂਦੇ। ਮਹਾਰਾਜ ਨੇ ਫਿਰ ਸਿੱਖ ਨੂੰ ਜਵਾਬ ਦਿੱਤਾ, ਆਖਿਆ ਹੈ ਬਿਨ ਦੇਰ ਇਹਾਂ ਤਿਸ ਲਿਆਓ। ਮਹਾਰਾਜ ਕਹਿੰਦੇ ਨਹੀਂ ਤੂੰ ਆਪ ਜਾ ਤੇ ਉਹਨੂੰ ਬਿਨਾਂ ਦੇਰੀ ਤੋਂ ਨਾ ਸਾਡੇ ਪਾਸ ਇੱਥੇ ਸੱਦ ਕੇ ਲਿਆਉਣਾ ਕਰ। ਮਨ ਧਾਏ ਗਇਓ ਸਹਸਾਏ ਚਲੋ। ਤੇ ਉਹਨਾਂ ਚਿਰ ਤੁਰੀ ਨਾ ਜਿੰਨਾ ਚਿਰ ਭਾਈ ਗੌਰਸਾਲ ਨਹੀਂ ਆਉਂਦਾ। ਤਾਂ ਮਹਾਰਾਜ ਦਾ ਹੁਕਮ ਪਾ ਕੇ ਬੜੀ ਛੇਤੀ ਨਾਲ ਉਹ ਸਿੱਖ ਘੋੜੇ ਤੇ ਜਾ ਪਹੁੰਚਾ ਹੈ। ਗੁਰੂ ਤੋਹੇ ਪ੍ਰਤੀਖਤ ਆਪ ਖਲੂ। ਜਾ ਕੇ ਆਖਿਆ ਭਾਈ ਗੌਰਾ ਜੀ ਮਹਾਰਾਜ ਆਪ ਤੰਬੂ ਤੋਂ ਬਾਹਰ ਆ ਕੇ ਵੇਖੋ ਕਿੰਨੀ ਰਾਤ ਹੋ ਗਈ ਹੈ, ਤੇ ਪਾਤਸ਼ਾਹ ਜੀ ਆਪ ਤੁਹਾਨੂੰ ਉਡੀਕ ਰਹੇ ਹੈ, ਤੁਹਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਬੁਲਾ ਰਹੇ ਹਨ ਜੀ। ਕਹ ਮੋਹਿ ਉਤਾਹਿਲ ਭੇਜ ਦਿਓ। ਤੇ ਮਹਾਰਾਜ ਨੇ ਮੈਨੂੰ ਵੇਖੋ ਦੂਜੀ ਵਾਰੀ ਤੁਹਾਡੇ ਪਾਸ ਭੇਜਿਆ ਹੈ। ਅਬ ਚਾਹਸ ਤੀਰ ਮਿਲਾਏ ਲਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਤੁਹਾਨੂੰ ਬਹੁਤ ਸਹਿਸਾਏ ਕਹੀਏ, ਥੋੜਾ ਜਿਹਾ ਇੱਛਾ ਕਰਦੇ ਵੀ ਤੇਜ਼ੀ ਨਾਲ ਮਹਾਰਾਜ ਕਹਿੰਦੇ ਵੀ ਭਾਈ ਗੌਰੇ ਨੂੰ ਇੱਥੇ ਲਿਆਓ। ਮਹਾਰਾਜ ਤੁਹਾਨੂੰ ਆਦੇ ਕੋਲ ਲਿਆ ਕੇ ਮਿਲਾਇਆ ਚਾਹੁੰਦੇ ਆ, ਤੁਹਾਡੇ ਨਾਲ ਮੇਲ ਰੱਖਿਆ ਚਾਹੁੰਦੇ ਹਨ ਜੀ। ਭਗਤੂ ਸਤ ਫੇਰ ਉਚਾਰਤ ਹੈ। ਤਾਂ ਭਾਈ ਭਗਤੂ ਜੀ ਦੇ ਪੁੱਤਰ ਭਾਈ ਗੌਰਸਾਲ ਨੇ ਮੁੱਖੋਂ ਦੂਜੀ ਵਾਰੀ ਫੇਰ ਬਚਨ ਕੀਤਾ, ਬੇਨਤੀ ਕੀਤੀ ਹੱਥ ਜੋੜ ਕੇ ਸਿੱਖ ਨੂੰ। ਕਹੀਏ ਪਗ ਪਾਨ ਪਖਾਰਤ ਹੈ। ਵੀ ਸਤਿਗੁਰਾਂ ਨੂੰ ਕਹੋ ਵੀ ਬਸ ਹੁਣੇ ਮੈਂ 5 ਇਸ਼ਨਾਨਾਂ ਕਰਦਾ, ਤੇ ਕਿਉਂਕਿ ਖੂਨ ਆਦਿਕ ਬੜਾ ਲੱਗਿਆ ਹੋਇਆ ਵਗ ਰਿਹਾ ਹੈ। ਰਜ ਅੰਗ ਉਤਾਹੇ ਸੋ ਆਵਤ ਹੋ। ਜਿੰਨੀ ਧੂੜ ਮਿੱਟੀ ਜੀ ਲੱਗੀ ਹੋਈ ਉਹ ਮੈਂ ਸਾਰੀ ਲਾਹ ਕਰਕੇ ਹੱਲੇ ਦੇ ਨਾਲ। ਗੁਰ ਹੀਰਨ ਕੋ ਲਲਚਾਵਤ ਹੋ। ਮੇਰਾ ਵੀ ਮਨ ਬੜਾ ਕਰਦਾ ਵੀ ਮੈਂ ਛੇਤੀ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਾਂ। ਮੈਂ ਬੜੇ ਸਮੇਂ ਦਾ ਤਰਸਿਆ, 6-7 ਮਹੀਨੇ ਲੰਘ ਗਏ ਸਿੱਖਾ, ਮਹਾਰਾਜ ਦੇ ਮੈਨੂੰ ਦਰਸ਼ਨ ਨਹੀਂ ਹੋਏ। ਮੇਰੇ ਮਨ ਨੂੰ ਵੀ ਬੜੀ ਕਾਹਲ ਪੈ ਰਹੀ ਹੈ। ਸੁਨ ਸੇਵਕ ਜਾਏ ਸੁਨਾਈ ਦਿਓ। ਸੁਣ ਕੇ ਸਿੱਖ ਨੇ ਜਾ ਕੇ ਫੇਰ ਗੁਰੂ ਹਰਿ ਰਾਇ ਸਾਹਿਬ ਨੂੰ ਬੇਨਤੀ ਕੀਤੀ ਹੈ। ਗੁਰਦਾਸ ਪਠਾਵਨ ਆਨ ਕੀਓ। ਮਹਾਰਾਜ ਸੱਚੇ ਪਾਤਸ਼ਾਹ ਦੇ ਬਾਬ ਤੋਂ ਭਾਈ ਗੌਰੇ ਨੂੰ ਕਿਹਾ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਭੇਜਿਆ ਸਾਨੂੰ, ਇਸੇ ਤਰ੍ਹਾਂ ਭਾਈ ਗੌਰਸਾਲ ਜੀ ਆਪ ਜੀ ਨੂੰ ਛੇਤੀ ਚੱਲਣਾ ਚਾਹੀਦਾ ਹੈ। ਅਬ ਜਾਏ ਕਹੋ ਭਗਤੂ ਸੁਤ ਕੋ। ਤੇ ਜਦੋਂ ਦੂਜੀ ਵਾਰੀ ਭਾਈ ਗੌਰਸਾਲ ਨੇ ਜਵਾਬ ਦਿੱਤਾ, ਤੇ ਮਹਾਰਾਜ ਫਿਰ ਸਿੱਖ ਨੂੰ ਤੀਜੀ ਵਾਰੀ ਫੇਰ ਉਸੇ ਹੀ ਘੋੜਸਵਾਰ ਨੂੰ ਮਹਾਰਾਜ ਕਹਿੰਦੇ ਆ ਵੀ ਜਾ ਕੇ ਨਾ ਭਾਈ ਗੌਰਸਾਲ ਨੂੰ ਇਦਾਂ ਜਾ ਕੇ ਸਾਡੇ ਵੱਲੋਂ ਆਖ, ਚੱਲ ਜੇ ਨਹਿ ਆਵਤ ਹੈ ਇਤ ਵੀ ਕੀ। ਮਹਾਰਾਜ ਕਹਿੰਦੇ ਜੇ ਤੂੰ ਨਹੀਂ ਨਾ ਆਉਣਾ ਗੌਰਿਆ ਤੇ ਅਸੀਂ ਆਉਣੇ ਤੇਰੇ ਕੋਲ। ਜੇ ਤੈਨੂੰ ਆਏ ਆ ਵੀ ਅਸੀਂ ਆਈਏ ਨਾ ਤੇ ਲੈ ਵੀ ਤੂੰ ਕੀ ਯਾਦ ਰੱਖੇ ਵੀ ਤੂੰ ਗੱਲ ਤਾਂ ਮਨ ਪ੍ਰਸੰਨ ਕੀਤੇ ਦੀ ਆ, ਤੇ ਲੈ ਅਸੀਂ ਆਪ ਤੇਰੇ ਵੱਲ ਚੱਲ ਕੇ ਆਉਂਦੇ ਹਾਂ। ਗੁਰੂ ਤੋ ਟਿਕ ਆਪ ਹੈ ਆਵਤ ਹੋ। ਤੇ ਇਹ ਜਾਣ ਜਾ ਕੇ ਕਹਿ ਭਾਈ ਗੌਰਸਾਲ ਨੂੰ ਵੀ ਜੇ ਐਤਕੀ ਤੂੰ ਨਾ ਆਇਆ ਕਹੇ ਸਾਡੇ ਤੇ ਗੁਰੂ ਹਰਿ ਰਾਇ ਸਾਹਿਬ ਜੀ ਕਹਿੰਦੇ ਅਸੀਂ ਆਪ ਤੈਨੂੰ ਕੋਲ ਆਵਾਂਗੇ ਦਾ 99 ਅਰਥ ਜਿਹੜਾ ਕਰ ਲੈਣਾ ਹੈ ਵੀ ਗੁਰ ਤੋ ਟਿਗ ਆਪ ਹੈ ਆਵਤ ਹੈ, ਗਮਨੇ ਨਤ ਆਪ ਬੁਲਾਵਤ ਹੈ। ਇਹਦਾ ਅਰਥ ਕਰ ਲੈਣਾ ਗੁਰ ਤੋ ਟਿਗ ਆਪ ਬੁਲਾਵਤ ਹੈ। ਤੋ ਤੈਨੂੰ ਗੁਰੂ ਹਰਿ ਰਾਇ ਸਾਹਿਬ ਜੀ ਆਪਣੇ ਟਿਗ ਕਹੀਏ ਕੋਲ ਬੁਲਾ ਰਹੇ, ਇਹਦਾ ਅਰਥ ਸਹੀ ਹੋ ਜਾਏਗਾ। ਤੇ ਫਿਰ ਗਮਨੇ ਨਤ
ਅਪ ਹੈ ਆਵਤ ਹੈ। ਗਮਨੋ ਪਾਠ ਵੀ ਤੁਰੋ ਭਾਈ ਗੌਰਾ ਜੀ, ਜੇ ਨਾ ਤੁਰੋਗੇ ਨਤ ਕਹੀਏ ਨਹੀਂ, ਜੇ ਨਾ ਤੁਰੇ ਤੇ ਅਪ ਹੈ ਆਵਤ ਹੈ, ਫਿਰ ਗੁਰੂ ਹਰਿਰਾਏ ਸਾਹਿਬ ਜੀ ਆਪ ਆਉਣਗੇ, ਇਹਦਾ ਅਰਥ ਕਰ ਲੈਣਾ ਜੀ। ਇਮ ਜਾਏ ਕਹਿਓ ਸੁਨ ਦੂਰ ਨਹੀਂ। ਵੀ ਆ ਜਾ, ਨਹੀਂ ਤਾਂ ਉਹਨੂੰ ਕਹੋ ਅਸੀਂ ਆਪ ਆਉਣੇ ਆ। ਸੁਣ ਕੇ ਤੇ ਭਾਈ ਗੌਰਸਾਲ ਕੋਲ ਸਿੱਖ ਫਿਰ ਦੌੜਿਆ ਭੱਜਿਆ ਹੈ। ਗਮਨਿਓ ਪਿਖਵੇ ਗੁਰ ਪੂਰਨ ਹੀ। ਪੂਰੇ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨੀ ਮੱਥਾ ਟੇਕ ਕੇ ਸਿੱਖ ਤੀਜੀ ਵਾਰ ਸੁਨੇਹਾ ਲੈ ਕੇ ਭਾਈ ਗੌਰਾ ਜੀ ਕੋਲ ਆ ਪਹੁੰਚਾ ਹੈ। ਦੋਹਰਾ ਰਾਜ ਸਮੇਤ ਆਯੁਧ ਲੱਗੇ। ਤੇ ਸਾਧ ਸੰਗ ਜੀ ਇਧਰ ਭਾਈ ਗੌਰਸਾਲ ਜੀ 5 ਇਸ਼ਨਾਨਾਂ ਕਰਨ ਲੱਗੇ ਸਨ। ਖੂਨ ਵਹਿ ਰਿਹਾ ਸੀ ਸਾਰੇ ਸਰੀਰ ਦੇ ਵਿੱਚੋਂ, ਤੇ ਖੂਨ ਦੇ ਉੱਪਰ ਮਿੱਟੀ ਪੈ ਪੈ ਕੇ ਤੇ ਸਾਰੇ ਸਰੀਰ ਲੱਥਪੱਥ ਹੋ ਚੁੱਕਾ ਸੀ। ਜ਼ਖਮ ਜਿਹੜੇ ਉਹ ਏਦਾਂ ਹਵਾ ਦੇ ਨਾਲ ਸੁੱਕਣ ਲੱਗੇ ਤੇ ਮਿੱਟੀ ਜੰਮੀ ਹੋਈ ਹੈ। ਛੱਡ ਕਰ ਚਲਿਓ ਤੋ ਰੰਗ। ਫਿਰ ਭਾਈ ਗੌਰਸਾਲ ਜੀ ਨੇ ਨਾ ਹੀ ਇਸ਼ਨਾਨ ਕੀਤਾ। ਆਖਿਆ ਮਹਾਰਾਜ ਨੇ 3 ਵਾਰੀ, ਹੁਣ ਚੰਗਾ ਹੀ ਨਹੀਂ ਲੱਗੀਦਾ ਵਾਰ-ਵਾਰ ਜਵਾਬ ਦਿੰਦੇ। ਫਿਰ ਇਸ਼ਨਾਨ 5 ਇਸ਼ਨਾਨਾਂ ਨਾ ਕੀਤਾ ਤੇ ਸਰੀਰ ਐਨ ਫਟਿਆ ਹੋਇਆ ਜ਼ਖਮੀ, ਲਹੂ ਵਹਿੰਦਾ ਤੇ ਬਹੁਤ ਮੰਦੜੇ ਹਾਲ ਕੱਪੜੇ ਪਾਟੇ ਹੋਏ ਤੇ ਧੂੜ ਦੇ ਨਾਲ ਸਾਰਾ ਸਰੀਰ ਲਹੂ ਧੂੜ ਰਲ ਰਲ ਕੇ ਗੱਚ ਹੋ ਚੁੱਕਾ ਹੈ। ਥੱਕੇ ਥਕਾਏ ਉਸੇ ਤਰ੍ਹਾਂ ਹੀ ਟੁੱਟੇ ਭੱਜੇ ਭਾਈ ਗੌਰਾ ਜੀ ਘੋੜੇ ਉੱਪਰ ਚੜ੍ਹ ਕੇ ਤੁਰ ਪਏ ਹਨ। ਬੈਠੇ ਸ੍ਰੀ ਹਰਿ ਰਾਏ ਜਹ। ਜਿੱਥੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀਵਾਨ ਸਜਾ ਬੈਠੇ ਹੋਏ ਹੈ। ਭਏ ਪ੍ਰਸੰਨ ਉਮੰਗ। ਮਹਾਰਾਜ ਬੜੇ ਪ੍ਰਸੰਨ ਹੈ ਵੀ ਭਾਈ ਗੌਰਾ ਸਾਡੇ ਦਰਸ਼ਨ ਕਰਨ ਆ ਰਹੇ ਹੈ। ਤੋ ਸਤਿਗੁਰੂ ਹਰਿਰਾਏ ਸਾਹਿਬ ਜੀ ਜਿੱਥੇ ਸਜੇ ਬੈਠੇ ਹੈ, ਇੱਥੇ ਸਾਧ ਸੰਗਤ ਦੀ ਭਾਈ ਗੌਰਸਾਲ ਜੀ ਲੈ ਕੇ ਘੋੜਾ ਕੋਹ ਤੋਂ ਡੇਰੇ ਆਪਦੇ ਤੋਂ ਤੁਰੇ ਤੇ ਜਾ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ। ਇੱਥੇ ਸਾਧ ਸੰਗਤ ਜੀ ਫਿਰ ਜਿਵੇਂ ਮਹਾਰਾਜ ਨੇ ਬਹੁਤ ਪ੍ਰੇਮ ਕੀਤਾ ਭਾਈ ਗੌਰਸਾਲ ਨੂੰ ਤੇ 101 ਦਿੱਤਾ ਸਰਾਫ ਪਾਤਸ਼ਾਹ ਨੇ। ਫਿਰ ਜਿਵੇਂ ਸਰਾਫ ਦਿੱਤੇ ਉਵੇਂ ਇੱਕ ਇੱਕ ਕਰਕੇ ਪਾਤਸ਼ਾਹ ਨੇ ਸਰਾਫ ਫਿਰ ਵਾਪਸ ਲਿਆ ਸੀਗਾ ਤੇ ਸੁੱਖ ਹੀ ਸੁੱਖ ਮਹਾਰਾਜ ਨੇ ਕਿਰਪਾ ਕਰਕੇ ਭਾਈ ਗੌਰਸਾਲ ਨੂੰ ਬਖਸ਼ਿਸ਼ ਕੀਤੇ ਸਨਗੇ। ਉਹ ਸਾਰਾ ਸਾਧ ਸੰਗਤ ਦੀ ਪ੍ਰਸੰਗ ਜਿਹੜਾ ਅਗਲੇ ਦੀਵਾਨ ਵਿੱਚ ਪੜ੍ਹ ਸੁਣ ਵਿਚਾਰਾਂਗੇ। ਇੱਥੇ ਸਮਾਪਤ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪਹਿ ਮੇਲੇ। ਰਾਜ ਸਮੇਤ ਆਯੁਧ ਲੱਗੇ। ਛੱਡ ਕਰ ਚੱਲਿਓ ਤੋ ਰੰਗ। ਬੈਠੇ ਸ੍ਰੀ ਹਰਿ ਰਾਏ ਜਹ। ਭਏ ਪ੍ਰਸੰਨ ਉਮੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀਹੋ ਵਨਹਾਰ। ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖੋ ਹਿਐ ਪਰੋਇ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।